ਪਾਰਲੀਮੈਂਟ ਦੇ ਵਿੱਚ ਲੋਕ ਬੈਠੇ ਹੋਏ ਉਹ ਆਪਣੀ ਕਮਾਈ ਆਪ ਕਰਦੇ ਨੇ, ਹੈ ਨਾ। ਕੀ ਪੁਲਿਸ ਕੋਈ ਕਮਾਈ ਕਰਦੀ ਹੈ? ਕੀ ਪੁਲਿਸ ਇਸ ਵਾਸਤੇ ਹੁੰਦੀ ਹੈ ਜਾਂ ਫੌਜਾਂ ਕੋਈ ਕਮਾਈ ਕਰਕੇ ਦਿੰਦੀਆਂ ਨੇ? ਇਸੇ ਤਰ੍ਹਾਂ ਸਿੱਖਿਆ ਵੀ ਇੱਕ ਤਰ੍ਹਾਂ ਦੀ ਉਹ ਫੌਜ ਹੈ ਸਿੱਖਿਆ ਦੇ ਵਿੱਚ, ਜਿਹੜੀ ਲੋਕਾਂ ਨੂੰ ਉਹਨਾਂ ਦੇ ਇੱਕ ਤਾਂ ਇੱਕ ਰਾਸ਼ਟਰ ਨੂੰ ਸੁਰੱਖਿਅਤ ਬਣਾਉਣ ਵਾਸਤੇ ਸਿਰਫ ਫੌਜੀ ਨਹੀਂ ਚਾਹੀਦਾ, ਗਿਆਨ ਵੀ ਚਾਹੀਦਾ। ਇਹਦਾ ਮਤਲਬ ਇਹ ਬਣ ਗਿਆ ਕਿ ਜਿਹਦੇ ਕੋਲ ਪੈਸਾ ਹੈਗਾ ਉਹ ਸਿੱਖਿਆ ਖਰੀਦੇ, ਜਿਹਦੇ ਕੋਲ ਪੈਸਾ ਨਹੀਂ ਹੈਗਾ ਉਹ ਆਪਣੇ ਘਰ ਬੈਠੇ ਉਹ ਵਿੱਦਿਆ ਤੋਂ ਉਹਨੂੰ ਸਦਾ ਵਾਸਤੇ ਵਾਂਝਾ ਕਰਕੇ ਅਸੀਂ ਉਸ ਦੀਆਂ ਅੱਖਾਂ ਬੰਦ ਕਰ ਰਹੇ ਹਾਂ। ਜਦੋਂ ਸਾਰਾ ਕੁਝ ਇੱਕ ਰੰਗੀ ਕਰਨ ਦੀ ਕੋਸ਼ਿਸ਼ ਦੁਨੀਆ ਦੇ ਵਿੱਚ ਚੱਲ ਰਹੀ ਹੈ ਕਾਰਪੋਰੇਟ ਵਰਲਡ ਵੱਲੋਂ, ਤੇ ਇੱਕੋ ਹੀ ਭਾਸ਼ਾ ਹੋਵੇ ਤੇ ਇੱਕੋ ਹੀ ਮਾਰਕੀਟ ਹੋਵੇ, ਇਸੇ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਵਿੱਚ ਵੀ ਚੱਲ ਰਹੀ ਆ। ਤੇ ਪੰਜਾਬੀ ਦੇ ਪ੍ਰਕਾਸ਼ਨ ਦਾ ਕੰਮ ਤੇ ਖੋਜ ਦਾ ਕੰਮ ਜਿਹੜਾ ਹੈਗਾ ਉਹ ਠੱਪ ਹੋਇਆ ਪਿਆ। ਪੰਜਾਬੀ ਯੂਨੀਵਰਸਿਟੀ ਪੰਜਾਬੀ ਦੇ ਵਿਕਾਸ ਵਾਸਤੇ ਬਣੀ ਸੀ, ਪੰਜਾਬੀ ਨੂੰ ਗਿਆਨ ਦਾ ਮਾਧਿਅਮ ਬਣਾਉਣ ਵਾਸਤੇ ਬਣੀ ਸੀ। ਪੰਜਾਬ ਸਰਕਾਰ ਪੰਜਾਬੀ ਨੂੰ ਤੇ ਪੰਜਾਬੀ ਦੇ ਨਾਮ ਦੇ ਉੱਪਰ ਬਣੀ ਹੋਈ ਯੂਨੀਵਰਸਿਟੀ ਨੂੰ ਤੇ ਪੰਜਾਬੀ ਦੇ ਵਿਕਾਸ ਦੇ ਏਜੰਡੇ ਨੂੰ ਤਿਆਗ ਚੁੱਕੀ। ਜਿਉਂ-ਜਿਉਂ ਨਿੱਜੀਕਰਨ ਹੋਣਾ ਸ਼ੁਰੂ ਹੋਇਆ, ਪਹਿਲਾਂ ਪ੍ਰਾਈਵੇਟ ਕਾਲਜਾਂ ਦੀਆਂ ਜਿਹੜੀਆਂ ਗ੍ਰਾਂਟਾਂ ਨੇ ਉਹਨਾਂ ਦੇ ਵਿੱਚ ਕੱਟ ਲੱਗਣੇ ਸ਼ੁਰੂ ਹੋਏ, ਉਹਦੇ 'ਚ ਭਰਤੀ ਬੰਦ ਹੋਈ। ਤਾਂ ਹੋਇਆ ਕਿ ਜਦੋਂ ਉੱਥੇ ਤੁਸੀਂ ਅਧਿਆਪਕ ਰੱਖਣੇ ਬੰਦ ਕਰਤੇ, ਉੱਥੇ ਉੱਚ ਪੱਧਰੀ ਅਧਿਆਪਨ ਖਤਮ ਹੋ ਗਿਆ, ਤਾਂ ਜਿਹੜੀਆਂ ਆਸੇ-ਪਾਸੇ ਖੁੱਲ੍ਹੀਆਂ ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕਾਲਜ ਨੇ ਉਹਨਾਂ ਦੀ ਦੁਕਾਨਦਾਰੀ ਚੱਲਣੀ ਸ਼ੁਰੂ ਹੋ ਗਈ। ਪਿਓਰ ਨਿੱਜੀ ਕਾਲਜ ਦੇ ਕੇ ਪਿਓਰ ਜਿਹੜਾ ਪ੍ਰਾਈਵੇਟ ਕਾਲਜ ਆ ਉਹਦੇ ਕੋਲ ਕਿਸੇ ਕੋਲ ਪੂਰੇ ਅਧਿਆਪਕ ਨਹੀਂ ਹੈਗੇ, ਬਹੁਤ ਗਿਣਤੀ ਦੇ ਅਧਿਆਪਕਾਂ ਨਾਲ ਦਿਖਾਉਣ ਲਈ ਯੂਨੀਵਰਸਿਟੀ ਨੂੰ ਕੰਮ ਚਲਾਉਂਦੇ ਨੇ। ਤੁਸੀਂ ਪੰਜਾਬੀ ਡੱਕ ਦੇ ਨਾਲ ਜੁੜ ਚੁੱਕੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਪੰਗੂ। ਅੱਜ ਦੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਦਿਨ ਮਨਾਇਆ ਗਿਆ ਤੇ ਸਾਡੇ ਨਾਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸੁਰਜੀਤ ਜੀ। ਪ੍ਰੋਫੈਸਰ ਸਾਹਿਬ, ਅੱਜ ਦਾ ਜੋ ਪ੍ਰੋਗਰਾਮ ਸੀ ਇਹ ਭਾਸ਼ਾ ਦੇ ਆਧਾਰ ਤੇ ਕੀ ਰੂਪਰੇਖਾ ਸੀ ਇਸ ਪ੍ਰੋਗਰਾਮ ਦੀ? ਇਹ 21 ਤਰੀਕ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਸਾਡਾ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ, ਤੇ ਉਹ ਅਸੀਂ ਹਰ ਵਾਰ ਹੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਵੱਖ-ਵੱਖ ਰੂਪਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਅਸੀਂ ਮਨਾਉਂਦੇ ਹਾਂ। ਇਹ ਮਾਤ ਭਾਸ਼ਾ ਦਿਵਸ ਹੈ ਤਾਂ ਸਮਝ ਲਓ ਕਿ ਪੰਜਾਬੀ ਸਾਡੀ ਮਾਤ ਭਾਸ਼ਾ ਹੈ, ਤੇ ਭਾਰਤ ਦੇ ਵਿੱਚ ਜਿੱਥੇ ਵੀ ਕਿਤੇ ਜਿਹੜੇ ਲੋਕ ਨੇ ਮਾਤ ਭਾਸ਼ਾਵਾਂ ਦੀ ਫਿਕਰਮੰਦੀ ਨਾਲ ਜੁੜੇ ਹੋਏ ਨੇ ਉਹ ਸਾਰੇ ਇਸ ਦਿਨ ਨੂੰ ਮਨਾਉਂਦੇ ਨੇ। ਅੰਤਰਰਾਸ਼ਟਰੀ ਪੱਧਰ 'ਤੇ ਮਨਾਉਣ ਦਾ ਜਿਹੜਾ ਕਾਰਨ ਸੀਗਾ ਉਹ ਯੂਨੈਸਕੋ ਨੇ 1999 ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀ, ਜਿਸ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਹੋਈ ਇੱਕ ਘਟਨਾ, ਜਿਸ ਦੇ ਵਿੱਚ ਆਪਣੀ ਭਾਸ਼ਾ ਨੂੰ ਅਧਿਕਾਰ ਵਾਂਗੂ ਮੰਗਣ ਵਾਲੇ ਜਿਹੜੇ ਉੱਥੋਂ ਦੇ ਵਿਦਿਆਰਥੀ ਸੀ ਢਾਕਾ ਯੂਨੀਵਰਸਿਟੀ ਦੇ, ਉਹਨਾਂ ਦੇ ਉੱਪਰ ਗੋਲੀ ਚੱਲੀ ਸੀ 1952 ਦੇ ਵਿੱਚ। ਉਸ ਪਿਛੋਕੜ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ ਤੇ ਉਸ ਦੀ ਸ਼ਹਾਦਤ ਨੂੰ ਲੈ ਕੇ ਫਿਰ ਬੰਗਲਾਦੇਸ਼ ਬਣਿਆ। ਇੱਕ ਤਰ੍ਹਾਂ ਬੰਗਲਾਦੇਸ਼ ਭਾਸ਼ਾ ਦੇ ਮੁੱਦੇ ਦੇ ਉੱਪਰ ਵੱਖਰਾ ਹੋਇਆ, ਪਾਕਿਸਤਾਨ ਤੋਂ ਵੱਖਰਾ ਹੋਇਆ, ਪਹਿਲਾਂ ਪਾਕਿਸਤਾਨ ਦਾ ਹਿੱਸਾ ਸੀ। ਤਾਂ ਇਹਦਾ ਮਤਲਬ ਭਾਸ਼ਾ ਸਾਡੀ ਪਛਾਣ ਨੂੰ, ਸਾਡੀ ਰਾਸ਼ਟਰੀਅਤਾ ਨੂੰ ਇੱਕ ਤਰ੍ਹਾਂ ਨਾਲ ਉਸ ਨੂੰ ਪਰਿਭਾਸ਼ਿਤ ਕਰਨ ਵਾਲਾ ਇੱਕ ਮੁੱਖ ਮੁੱਦਾ ਹੁੰਦੀ ਹੈ, ਇੱਕ ਕੇਂਦਰੀ ਮੁੱਦਾ ਹੁੰਦੀ ਹੈ। ਇਸ ਲਈ ਹੁਣ ਦੇ ਸਮਿਆਂ ਦੇ ਵਿੱਚ ਜਦੋਂ ਸਾਰਾ ਕੁਝ ਇੱਕ ਰੰਗੀ ਕਰਨ ਦੀ ਕੋਸ਼ਿਸ਼ ਦੁਨੀਆ ਦੇ ਵਿੱਚ ਚੱਲ ਰਹੀ ਹੈ ਕਾਰਪੋਰੇਟ ਵਰਲਡ ਵੱਲੋਂ, ਤੇ ਇੱਕੋ ਹੀ ਭਾਸ਼ਾ ਹੋਵੇ ਤੇ ਇੱਕੋ ਹੀ ਮਾਰਕੀਟ ਹੋਵੇ, ਇਸੇ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਵਿੱਚ ਵੀ ਚੱਲ ਰਹੀ ਆ ਕਿ ਭਾਰਤ ਦੇ ਵਿੱਚ ਵੀ ਹਿੰਦੀ ਤੇ ਅੰਗਰੇਜ਼ੀ ਦਾ ਬੋਲਬਾਲਾ ਜਿਹੜਾ ਵਧੇਰੇ ਆ। ਹਿੰਦੀ ਜਿਨ੍ਹਾਂ ਦੀ ਮਾਤ ਭਾਸ਼ਾ ਉਹਨਾਂ ਨੂੰ ਮੁਬਾਰਕ, ਅੰਗਰੇਜ਼ੀ ਜਿਨ੍ਹਾਂ ਦੀ ਮਾਤ ਭਾਸ਼ਾ ਉਹਨਾਂ ਨੂੰ ਵੀ ਮੁਬਾਰਕ, ਪਰ ਸਾਡੀ ਮਾਤ ਭਾਸ਼ਾ ਪੰਜਾਬੀ ਹੈ ਤੇ ਸਾਡਾ ਅਧਿਕਾਰ ਹੈ ਮਾਤ ਭਾਸ਼ਾ ਦੇ ਬੁਲਾਰੇ ਹੋਣ ਦੇ ਨਾਤੇ ਕਿ ਸਾਡਾ ਜਿਹੜਾ ਗਿਆਨ ਦਾ ਕਾਰਜ ਹੈ, ਸਾਡਾ ਪ੍ਰਸ਼ਾਸਨ ਦਾ ਕਾਰਜ ਹੈ, ਉਹ ਪੰਜਾਬੀ ਦੇ ਵਿੱਚ ਹੋਣਾ ਚਾਹੀਦਾ। ਸਾਡੀਆਂ ਅਦਾਲਤਾਂ ਦੇ ਵਿੱਚ ਹੁਣ ਜੋ ਕੰਮ ਹੋ ਰਿਹਾ ਉਹ ਅੰਗਰੇਜ਼ੀ 'ਚ ਹੁੰਦਾ। ਪ੍ਰਸ਼ਾਸਕੀ ਜਿਹੜੇ ਜਿੰਨੇ ਸਾਡੇ ਹੁਕਮ ਨਿਕਲਦੇ ਨੇ, ਬਹੁਤ ਸਾਰੇ ਫਾਰਮ ਨੇ ਉਹ ਅੰਗਰੇਜ਼ੀ 'ਚ ਹੁੰਦੇ ਨੇ। ਤੇ ਇਸ ਵਿਧਾਨ ਪਾਲਿਕਾ ਦੇ ਵਿੱਚ ਜਦੋਂ ਉੱਥੇ ਕਾਨੂੰਨ ਪਾਸ ਹੁੰਦੇ ਨੇ ਤੇ ਜੋ ਉਹਦੀਆਂ ਜਿਹਨੂੰ ਕਹਿੰਦੇ ਪ੍ਰੋਸੀਡਿੰਗ ਨੋਟ ਹੁੰਦੀਆਂ ਨੇ, ਸਾਰੀ ਅੰਗਰੇਜ਼ੀ 'ਚ ਹੁੰਦੀਆਂ ਨੇ। ਜੇ ਪੰਜਾਬੀ ਦੇ ਨਾਮ ਦੇ ਉੱਪਰ ਬਣਿਆ ਹੋਇਆ ਰਾਜ ਹੈ ਤੇ ਸਾਰੇ ਕੰਮਕਾਜ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਨੇ। ਇਹ ਸਾਡੀ ਮੁੱਖ ਮੰਗ ਹੈ। ਇਸ ਗੱਲ ਨੂੰ ਲੈ ਕੇ, ਇਸ ਗੱਲ ਨੂੰ ਇੱਕ ਤਰ੍ਹਾਂ ਨਾਲ ਗੂੜ੍ਹੇ ਅੱਖਰਾਂ ਦੇ ਵਿੱਚ ਸਰਕਾਰ ਕੋਲ ਪਹੁੰਚਾਉਣ ਵਾਸਤੇ, ਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਜਿਹੜੀ ਕਿ ਸਥਾਪਿਤ ਹੀ ਭਾਸ਼ਾ ਦੇ ਨਾਮ ਦੇ ਉੱਪਰ ਹੋਈ ਆ, ਜਿਹੜੀ ਕਿ ਸਮਝ ਲਓ ਕਿ ਉਸ ਸਮੇਂ ਦੀ ਸਰਕਾਰ ਨੇ, ਜਿਹੜੀ ਪੰਜਾਬੀਆਂ ਦੀ ਸਰਕਾਰ ਸੀ, ਉਸ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਇੱਕ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ, ਤੁਹਾਡਾ ਜਿਹੜਾ ਗਿਆਨ ਦਾ ਕਾਰਜ ਆ ਸਾਰਾ ਉਹ ਪੰਜਾਬੀ ਦੇ ਵਿੱਚ ਹੋਇਆ ਕਰੂ, ਤੁਹਾਡੀ ਮਾਤ ਭਾਸ਼ਾ 'ਚ ਹੋਊਗਾ ਪੰਜਾਬ ਦੇ ਵਿੱਚ, ਤੇ ਕਿਤੇ ਵੀ ਵਸਣ ਵਾਲੇ ਪੰਜਾਬੀਆਂ ਨੂੰ ਇੱਕ ਵਾਅਦਾ ਕੀਤਾ ਗਿਆ ਕਿ ਤੁਹਾਡੀ ਭਾਸ਼ਾ ਜਿਹੜੀ ਹੈਗੀ ਆ ਉਹ ਪ੍ਰਮੁੱਖਤਾ ਦੇ ਨਾਲ ਗਿਆਨ ਦੇ ਵਿੱਚ ਉਸ ਨੂੰ ਲਿਆਂਦਾ ਜਾਊਗਾ। ਪਰ ਹੁਣ ਦੇ ਸਮੇਂ ਦੇ ਵਿੱਚ ਜਿਉਂ-ਜਿਉਂ ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ਦੇ ਵਿੱਚ ਕੱਟ ਲੱਗ ਰਹੇ ਨੇ, ਉਹਦੇ ਦੋ ਮੁੱਖ ਤੌਰ 'ਤੇ ਸਿੱਟੇ ਨਿਕਲ ਰਹੇ ਨੇ। ਇੱਕ ਤਾਂ ਪੰਜਾਬੀ ਦੇ ਵਿੱਚ ਖੋਜ ਦਾ ਤੇ ਪ੍ਰਕਾਸ਼ਨ ਦਾ ਕੰਮ, ਉਹ ਬਹੁਤ ਇੱਕ ਤਰ੍ਹਾਂ ਥੱਲੇ ਚਲੇ ਗਿਆ ਕਿ ਕੋਈ ਫੰਡ ਨਹੀਂ ਹੈਗੇ। ਸਾਡੇ ਦੋ ਡਿਪਾਰਟਮੈਂਟ ਜਿਹੜੇ ਖੋਜ ਦਾ ਕੰਮ ਕਰਦੇ ਨੇ ਤੇ ਪ੍ਰਕਾਸ਼ਨ ਦਾ ਕੰਮ ਕਰਦੇ ਨੇ, ਉਹ ਲਿਟਰੇਰੀ ਸਟੱਡੀ ਡਿਪਾਰਟਮੈਂਟ, ਪੰਜਾਬੀ ਲਿਟਰੇਰੀ ਸਟੱਡੀ ਡਿਪਾਰਟਮੈਂਟ, ਪੰਜਾਬੀ ਸਾਹਿਤ ਅਧਿਐਨ ਵਿਭਾਗ ਜਿਹਨੂੰ ਕਹਿੰਦੇ ਹਾਂ ਅਸੀਂ, ਇੱਕ ਪੰਜਾਬੀ ਵਿਕਾਸ ਵਿਭਾਗ ਹੈ। ਇਹਨਾਂ ਨਾਲ ਜੁੜਿਆ ਇਹ ਪਬਲੀਕੇਸ਼ਨ ਬਿਊਰੋ ਹੈ। ਇਹਨਾਂ ਨੂੰ ਕੋਈ ਫੰਡ ਨਹੀਂ ਮੁਹੱਈਆ ਹੋ ਰਹੇ ਤੇ ਪੰਜਾਬੀ ਦੇ ਪ੍ਰਕਾਸ਼ਨ ਦਾ ਕੰਮ ਤੇ ਖੋਜ ਦਾ ਕੰਮ ਜਿਹੜਾ ਹੈਗਾ ਉਹ ਠੱਪ ਹੋਇਆ ਪਿਆ।
ਤੇ ਇਹਦਾ ਇੱਕ ਸਿੱਟਾ ਹੋਰ ਨਿਕਲਦਾ ਹੈ ਕਿ ਜਦੋਂ ਯੂਨੀਵਰਸਿਟੀ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੇ ਸੋਰਸਸ, ਆਪਣੇ ਜਿਹੜੇ ਸਰੋਤ ਨੇ, ਵਿੱਤੀ ਸਰੋਤ ਨੇ, ਆਪ ਜਟਾਓ, ਤਾਂ ਉਹਦੇ ਨਾਲ ਇੱਕ ਤਾਂ ਫੀਸਾਂ ਦੇ ਵਿੱਚ ਵਾਧੇ ਦਾ ਮਸਲਾ ਖੜਾ ਹੋ ਜਾਂਦਾ ਹੈ। ਦੂਸਰਾ ਹੁੰਦਾ ਕਿ ਤੁਸੀਂ ਆਪਣੇ ਕੋਰਸਾਂ ਨੂੰ ਆਕਰਸ਼ਕ ਬਣਾਓ, ਤੇ ਆਕਰਸ਼ਕ ਬਣਾਉਣ ਦਾ ਤਰੀਕਾ ਫਿਰ ਮਾਰਕੀਟ ਦੇ ਮੁਤਾਬਕ ਇਹ ਬਣ ਜਾਂਦਾ ਹੈ ਕਿ ਜਿੱਥੇ ਜਿੱਥੇ ਪੰਜਾਬੀ ਦਾ ਅਧਿਆਪਨ ਚੱਲ ਰਿਹਾ ਸੀ ਉੱਥੇ ਉੱਥੇ ਉਸ ਨੂੰ ਖਾਰਜ ਕਰਤਾ ਗਿਆ, ਹੈ ਨਾ। ਅਸਲ ਦੇ ਵਿੱਚ ਪੰਜਾਬੀ ਦਾ ਅਧਿਆਪਨ ਵੱਖ-ਵੱਖ ਕੋਰਸਾਂ 'ਚ ਇਸ ਲਈ ਚਲਾਇਆ ਜਾਂਦਾ ਸੀ ਕਿ ਉਹ ਬੱਚੇ ਕਿਸੇ ਵੀ ਕੋਰਸ 'ਚ ਪੜ੍ਹ ਰਹੇ ਹੋਣ, ਇੰਜੀਨੀਅਰਿੰਗ ਕਰ ਰਹੇ ਹੋਣ, ਬੋਟਨੀ ਦੀ MSc ਕਰ ਰਹੇ ਹੋਣ, ਫਿਜ਼ਿਕਸ ਕਰ ਰਹੇ ਹੋਣ, ਉਹ ਆਪਣੇ ਵਿਸ਼ੇ ਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਅੱਗੇ ਸੰਚਾਰਿਤ ਕਰ ਸਕਣ। ਹੁਣ ਮੰਨ ਲਓ ਇੱਥੇ ਇੱਕ ਬੱਚਾ ਪੜ੍ਹਦਾ, ਬੋਟਨੀ ਜਾਂ ਫਿਜ਼ਿਕਸ ਦੀ MSc ਪੜ੍ਹਦਾ, ਉਹਨੇ ਜਾ ਕੇ ਪੜ੍ਹਾਉਣਾ ਤਾਂ ਸਕੂਲ ਦੇ ਵਿੱਚ ਹੈ ਨਾ, ਕਿਸੇ ਸਰਕਾਰੀ ਸਕੂਲ ਦੇ ਵਿੱਚ, ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ, ਕਿਸੇ ਪਿੰਡ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ ਪੜ੍ਹਾਉਣਾ। ਉੱਥੇ ਜਿਹੜੇ ਬੱਚੇ ਨੇ ਉਹ ਉਹ ਅੰਗਰੇਜ਼ੀ ਮਾਧਿਅਮ ਦੇ ਵਿੱਚ ਸਾਰਾ ਕੁਝ ਸਮਝ ਸਕਦੇ ਨੇ। ਇਹਦਾ ਮਤਲਬ ਅਸੀਂ ਗਿਆਨ ਉਹਨਾਂ ਤੱਕ ਪਹੁੰਚਾਉਣਾ ਨਹੀਂ ਚਾਹੁੰਦੇ ਹੈਗੇ ਜੇ ਅਸੀਂ ਉਹਨਾਂ ਨੂੰ ਸਿਰਫ ਅੰਗਰੇਜ਼ੀ ਤੱਕ ਸੀਮਤ ਰੱਖਦੇ ਹਾਂ। ਅਸੀਂ ਉਹ ਪੜ੍ਹਦੇ ਨੇ, ਠੀਕ ਹੈ, ਵੈਸੇ ਤਾਂ ਇਹ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਕੰਮ ਸੀਗਾ, ਉਹਦੇ ਵਿੱਚ ਇੱਕ ਕੰਮ ਸੀ ਕਿ ਮਾਧਿਅਮ ਪਰਿਵਰਤਨ ਕਰਨਾ, ਕਿ ਅਸੀਂ ਉਚੇਰੀ ਸਿੱਖਿਆ ਤੱਕ, ਪਹਿਲੀ ਕਲਾਸ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਦਾ ਮਾਧਿਅਮ ਪਰਿਵਰਤਨ ਕਰਨਾ, ਕਿ ਅਸੀਂ MSc ਵੀ ਅਤੇ ਖੋਜ ਵੀ ਉਹ ਪੰਜਾਬੀ ਦੇ ਵਿੱਚ ਹੋਇਆ ਕਰੂਗੀ। ਉਹ ਕੰਮ ਤਾਂ ਅਸੀਂ ਨਹੀਂ ਕੀਤਾ, ਪਰ ਅਸੀਂ ਫਿਰ ਵੀ ਨਾਲ ਨਾਲ ਇਹ ਕਰਦੇ ਰਹੇ ਕਿ ਉਹ ਬੱਚੇ ਪੰਜਾਬੀ ਪੜ੍ਹਦੇ ਰਹਿਣ, ਤਾਂ ਕਿ ਜੇ ਉਹ ਅੰਗਰੇਜ਼ੀ 'ਚ ਵੀ ਪੜ੍ਹ ਰਹੇ ਨੇ, ਆਪਣੇ ਆਪ ਨੂੰ ਉਹ ਜਦੋਂ ਫੀਲਡ 'ਚ ਜਾਣਗੇ, ਅਧਿਆਪਨ 'ਚ ਜਾਣਗੇ, ਅਤੇ ਉਂਝ ਉਸ ਗਿਆਨ ਨੂੰ ਉਹ ਆਪਣੇ ਨੇੜੇ ਤੇੜੇ, ਆਪਣੇ ਆਰ ਪਰਿਵਾਰ ਦੇ ਵਿੱਚ, ਪਿੰਡ ਦੇ ਵਿੱਚ ਵਿਦਿਆਰਥੀਆਂ ਨਾਲ ਆਪਣੀ ਭਾਸ਼ਾ ਦੇ ਵਿੱਚ ਸਾਂਝਾ ਕਰ ਸਕਦੇ ਹੋਣ। ਪਰ ਇਹਦਾ ਸਿੱਟਾ ਕੀ ਨਿਕਲਿਆ? ਜਦੋਂ ਗ੍ਰਾਂਟਾਂ ਦਾ ਕੱਟ ਲੱਗਿਆ ਕਿ ਪੰਜਾਬੀ ਜਿਹੜੀ ਹੈਗੀ ਆ ਉਹ ਸਾਰੀਆਂ ਥਾਵਾਂ ਤੋਂ ਖਤਮ ਹੋਣੀ ਸ਼ੁਰੂ ਹੋ ਗਈ। ਪ੍ਰੋਫੈਸ਼ਨਲ ਕੋਰਸ ਬਣਨ ਦੇ ਨਾਮ ਦੇ ਉੱਪਰ ਪੰਜਾਬੀ ਨੂੰ ਉੱਥੋਂ ਕੱਢ ਦਿੱਤਾ ਜਾਂਦਾ। ਇਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੋ ਗਈਆਂ। ਤਾਂ ਇਹਨਾਂ ਗੱਲਾਂ ਨੂੰ ਅਸੀਂ ਇੱਕ ਤਰ੍ਹਾਂ ਨਾਲ ਅੰਡਰਲਾਈਨ ਕਰਨਾ ਚਾਹੁੰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਦੇ ਵਿਕਾਸ ਵਾਸਤੇ ਬਣੀ ਸੀ, ਪੰਜਾਬੀ ਨੂੰ ਗਿਆਨ ਦਾ ਮਾਧਿਅਮ ਬਣਾਉਣ ਵਾਸਤੇ ਬਣੀ ਸੀ। ਪੰਜਾਬੀ ਨੂੰ ਜਿਸ ਵੀ ਤਰ੍ਹਾਂ ਨਾਲ ਬੰਦਾ ਪੰਜਾਬੀ ਦਾ ਸੰਚਾਰ ਕਰਦਾ, ਜਨਤਕ ਖੇਤਰ ਦੇ ਵਿੱਚ ਜਿੱਥੇ ਵੀ ਕਿਤੇ ਪੰਜਾਬੀ ਦੀ ਲੋੜ ਹੁੰਦੀ ਆ, ਉੱਥੇ ਪੰਜਾਬੀ ਦਾ ਢਾਂਚਾ ਜਿਹੜਾ ਮੌਜੂਦ ਹੋਵੇ, ਹੈ ਨਾ। ਉਸ ਗੱਲ ਨੂੰ ਈਵਨ ਪੱਤਰਕਾਰੀ, ਜਦੋਂ ਸਾਡਾ ਪੱਤਰਕਾਰੀ ਵਿਭਾਗ ਬਣਾਇਆ ਗਿਆ ਇੱਥੇ, ਤੋਂ ਇਹ ਸੀਗਾ ਕਿ ਪੰਜਾਬ ਦੇ ਵਿੱਚ ਉਹ ਬੱਚੇ ਪੈਦਾ ਹੋਣ ਜਿਹੜੇ ਪੱਤਰਕਾਰੀ ਦਾ ਕੰਮ ਪੰਜਾਬੀ ਦੇ ਵਿੱਚ ਆ ਕੇ ਸੰਭਾਲਣ। ਪੰਜਾਬੀ ਦੇ ਵਿੱਚ ਅਖਬਾਰ ਸ਼ੁਰੂ ਹੋਣੇ ਸੀ, ਤਾਂ ਪੰਜਾਬੀ ਦੀ ਟ੍ਰੇਨਿੰਗ ਜਿਹੜੀ ਹੈਗੀ ਆ, ਪੰਜਾਬੀ ਦੇ ਵਿੱਚ ਪੱਤਰਕਾਰੀ ਦੀ ਟ੍ਰੇਨਿੰਗ ਹੋਣੀ ਚਾਹੀਦੀ ਸੀ। ਇਸ ਤਰ੍ਹਾਂ ਨਾਲ ਐਵੇਂ ਥੀਏਟਰ ਡਿਪਾਰਟਮੈਂਟ ਖੋਲ੍ਹਿਆ ਗਿਆ, ਹੈ ਨਾ। ਇਸ ਤਰ੍ਹਾਂ ਨਾਲ ਇਹ ਸਾਡਾ ਜਿਹੜਾ ਯੂਨੀਵਰਸਿਟੀ ਦਾ ਢਾਂਚਾ ਸੀ ਉਹ ਇਸ ਵਾਸਤੇ ਸੀ। ਜਿਹੜੇ ਸਾਇੰਸ ਦੇ ਡਿਪਾਰਟਮੈਂਟ ਨੇ ਉਹ ਵੀ ਇਸ ਲਈ ਖੋਲ੍ਹੇ ਗਏ ਸੀ ਕਿ ਉਹ ਪੰਜਾਬੀ ਭਾਸ਼ਾ ਦੇ ਰਾਹੀਂ ਸਾਇੰਸ ਦਾ ਜਿਹੜਾ ਅਧਿਆਪਨ ਉਹ ਕਰਨਗੇ, ਅਤੇ ਵਿਗਿਆਨ ਜਿਹੜਾ ਹੈਗਾ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੂਗਾ। ਹੁਣ ਇਹ ਜਿਹੜਾ ਹੁਣ ਦਾ ਦੀ ਸਥਿਤੀ ਹੈ, ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਯੂਨੀਵਰਸਿਟੀ ਦੇ ਵਿੱਚ ਤਨਖਾਹਾਂ ਦੇਣੀਆਂ ਔਖੀਆਂ ਹੋਈਆਂ ਨੇ, ਮਸਲਾ ਸਿਰਫ ਤਨਖਾਹਾਂ ਦਾ ਨਹੀਂ ਹੈ। ਤਨਖਾਹਾਂ ਤਾਂ ਸਿਰਫ ਪ੍ਰਤੀਬਿੰਬਿਤ ਕਰਦੀਆਂ ਨੇ ਕਿ ਯੂਨੀਵਰਸਿਟੀ ਇੱਕ ਬਹੁਤ ਹੀ ਗਹਿਰੇ ਸੰਕਟ ਦੇ ਵਿੱਚ ਹੈ। ਪੰਜਾਬ ਸਰਕਾਰ ਪੰਜਾਬੀ ਨੂੰ ਅਤੇ ਪੰਜਾਬੀ ਦੇ ਨਾਮ ਦੇ ਉੱਪਰ ਬਣੀ ਹੋਈ ਯੂਨੀਵਰਸਿਟੀ ਨੂੰ ਅਤੇ ਪੰਜਾਬੀ ਦੇ ਵਿਕਾਸ ਦੇ ਏਜੰਡੇ ਨੂੰ ਤਿਆਗ ਚੁੱਕੀ ਹੈ ਨਾ। ਅਸੀਂ ਸਾਰੇ ਵਿਸ਼ਵ ਦੇ ਪੰਜਾਬੀਆਂ ਦਾ ਧਿਆਨ ਇਸ ਗੱਲ ਵੱਲ ਖਿੱਚਣ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਰੱਖਿਆ, ਜਿਸ ਦੇ ਵਿੱਚ ਪਹਿਲਾਂ ਅਸੀਂ ਇੱਕ ਸਾਰੇ ਵਿਦਿਆਰਥੀਆਂ ਦੀ ਅਤੇ ਅਧਿਆਪਕਾਂ ਦੀ ਅਤੇ ਗੈਰ ਅਧਿਆਪਨ ਕਰਮਚਾਰੀਆਂ ਦੀ ਯੂਨੀਵਰਸਿਟੀ ਦੇ ਸਾਰੇ ਆਲੇ ਦੁਆਲੇ ਇੱਕ ਹਿਊਮਨ ਚੇਨ, ਮਨੁੱਖੀ ਲੜੀ ਬਣਾਈ, ਹੈ ਨਾ। ਫਿਰ ਅਸੀਂ ਇੱਕ ਬਾਹਰ, ਕਿਉਂਕਿ ਇੰਨੇ ਸਾਰੇ ਵਿਦਿਆਰਥੀ ਇਕੱਠੇ ਹੋ ਗਏ ਇੱਕ ਸੁਰ ਦੇ ਵਿੱਚ ਗੱਲ ਕਰਨ ਵਾਲੇ, ਅਸੀਂ ਉਹਨਾਂ ਨੂੰ ਹਾਲ ਦੇ ਵਿੱਚ, ਕਲਾ ਭਵਨ ਦੇ ਵਿੱਚ ਬਹੁਤ ਥੋੜ੍ਹੀ ਥਾਂ ਸੀ, ਉੱਥੇ ਬਾਹਰ ਇੱਕ ਅਸੀਂ ਉਹਨਾਂ ਨੂੰ ਰੈਲੀ ਦੇ ਰੂਪ ਦੇ ਵਿੱਚ ਸੰਬੋਧਨ ਕਰਕੇ ਆਪਣਾ ਮੁੱਦਾ ਜਿਹੜਾ ਹੈਗਾ ਉਹ ਸਮਝਾਇਆ। ਫਿਰ ਅਸੀਂ ਕਲਾ ਭਵਨ ਦੇ ਵਿੱਚ ਬਾਹਰੋਂ ਜਿਹੜੇ ਲੇਖਕ ਨੇ, ਸਾਹਿਤਕ ਜਥੇਬੰਦੀਆਂ ਨੇ, ਲੇਖਕਾਂ ਦੀਆਂ ਜਥੇਬੰਦੀਆਂ ਨੇ, ਉਹ ਆਏ ਹੋਏ ਸੀ, ਸਿੱਖਿਆ ਸ਼ਾਸਤਰੀ ਆਏ ਹੋਏ ਸੀ, ਕਵੀ ਆਏ ਹੋਏ ਸੀ। ਉਹਨਾਂ ਨੇ ਫਿਰ ਵਿਦਿਆਰਥੀਆਂ ਨੂੰ ਸੰਬੋਧਿਤ ਹੋ ਕੇ ਇਹ ਦੱਸਣ ਦੀ ਕੋਸ਼ਿਸ਼ ਵੀ ਕੀਤੀ ਕਿ ਪੰਜਾਬ 'ਚ ਪੰਜਾਬੀ ਦੇ ਪ੍ਰਸਾਰ 'ਚ ਅਤੇ ਪੰਜਾਬ ਦੇ ਵਿੱਚ ਸਿੱਖਿਆ ਦੇ ਪ੍ਰਸਾਰ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਕੀ ਭੂਮਿਕਾ ਰਹੀ ਹੈ। ਅਤੇ ਜੇ ਤੁਸੀਂ ਇਸ ਤਰ੍ਹਾਂ ਨਾਲ ਪੰਜਾਬੀ ਯੂਨੀਵਰਸਿਟੀ ਦਾ ਤੋਂ ਪੱਲਾ ਪੰਜਾਬ ਸਰਕਾਰ ਝਾੜ ਦਿੰਦੀ ਹੈ, ਤਾਂ ਇਹਦਾ ਮਤਲਬ ਜਿਹੜੀ ਵਿੱਦਿਆ ਹੁਣ ਲੋਕਾਂ ਦੇ ਕੋਲ ਪਹੁੰਚ ਰਹੀ ਹੈ, ਜਿਹੜੀ ਗਰੀਬ ਗੁਰਬੇ ਦੇ ਕੋਲ ਵੀ ਪਹੁੰਚੀ, ਜਿਹੜਾ ਦਲਿਤ ਵਰਗ ਦੇ ਕੋਲ ਵੀ ਪਹੁੰਚੀ, ਜਿਹੜਾ ਗਰੀਬ ਦਲਿਤ ਹੈ ਅਤੇ ਗਰੀਬ ਕੋਈ ਵੀ ਕਿਸਾਨ ਮਜ਼ਦੂਰ ਹੈ, ਉਹਦੇ ਤੱਕ ਜੇ ਸਿੱਖਿਆ ਪਹੁੰਚੀ, ਬਹੁਤ ਸਾਰੇ ਲੋਕ ਨੇੜੇ ਇੱਥੋਂ ਪੜ੍ਹ ਕੇ ਗਏ ਜਾਂ ਇਸੇ ਨਾਲ ਸੰਬੰਧਿਤ ਕਾਲਜਾਂ ਦੇ ਵਿੱਚ ਪੜ੍ਹੇ ਜਿੱਥੇ ਬਹੁਤ ਨਿਗੂਣੀ ਫੀਸ ਹੈ ਅਤੇ ਪੰਜਾਬੀ ਮਾਧਿਅਮ ਦੇ ਵਿੱਚ ਪੜ੍ਹਿਆ ਜਾਂਦਾ। ਇਹਦਾ ਮਤਲਬ ਉਹ ਸਾਰੇ ਬੰਦਿਆਂ ਨੂੰ ਅਸੀਂ ਸਿੱਖਿਆ ਦੇ ਵਿੱਚੋਂ ਬਾਹਰ ਕੱਢ ਦਾਂਗੇ, ਹੈ ਨਾ। ਇਹਦਾ ਮਤਲਬ ਇਹ ਬਣ ਗਿਆ ਕਿ ਜਿਹਦੇ ਕੋਲ ਪੈਸਾ ਹੈਗਾ ਉਹ ਸਿੱਖਿਆ ਖਰੀਦੇ, ਜਿਹਦੇ ਕੋਲ ਪੈਸਾ ਨਹੀਂ ਹੈਗਾ ਉਹ ਆਪਣੇ ਘਰ ਬੈਠੇ ਉਹ ਵਿੱਦਿਆ ਤੋਂ ਉਹਨੂੰ ਸਦਾ ਵਾਸਤੇ ਵਾਂਝਾ ਕਰਕੇ ਅਸੀਂ ਉਸ ਦੀਆਂ ਅੱਖਾਂ ਬੰਦ ਕਰ ਰਹੇ ਹਾਂ। ਅਤੇ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਅਤੇ ਇਹ ਚੇਤਾਉਣਾ ਵੀ ਚਾਹੁੰਦੇ ਹਾਂ, ਉਹਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਇਹ ਤੁਹਾਡੀ ਪ੍ਰਤੀਬੱਧਤਾ ਸੀ, ਇਹ ਤੁਹਾਡੀ ਪ੍ਰਤੀਬੱਧਤਾ ਸੀ ਕਿ ਪੰਜਾਬ ਦੇ ਵਿੱਚ ਅਸੀਂ ਉੱਚ ਪੱਧਰੀ ਮਾਤ ਭਾਸ਼ਾ ਆਧਾਰਿਤ ਸਿੱਖਿਆ ਗਰੀਬ ਲੋਕਾਂ ਤੱਕ ਪਹੁੰਚਾਉਣੀ ਹੈ। ਅਸੀਂ ਉਹਦੇ 'ਚ ਕੰਮ ਕਰ ਰਹੇ ਹਾਂ। ਤੁਸੀਂ ਸਾਨੂੰ ਹੁਣ ਕਹਿ ਰਹੇ ਹੋ ਕਿ ਤੁਸੀਂ ਆਪਣੇ ਸਰੋਤ ਆਪ ਜਟਾਓ। ਇਹ ਤੁਹਾਡਾ ਏਜੰਡਾ ਹੈ, ਤੁਹਾਡਾ ਪ੍ਰੋਜੈਕਟ ਹੈ ਜਿਹਦੇ ਉੱਪਰ ਅਸੀਂ ਕੰਮ ਕਰ ਰਹੇ ਹਾਂ, ਪਰ ਹੁਣ ਤੁਸੀਂ ਆਪਣਾ ਪ੍ਰੋਜੈਕਟ ਛੱਡ ਰਹੇ ਹੋ। ਅਤੇ ਇਸ ਕਿਸਮ ਦੀਆਂ ਗੱਲਾਂ ਕਈ ਵਾਰ ਕੀਤੀਆਂ ਜਾਂਦੀਆਂ ਨੇ ਕਿ ਇਹ ਆਪਣੇ ਆਪ ਦੇ ਵਿੱਚ ਸੈਲਫ ਸਫੀਸ਼ੀਐਂਟ ਹੋਵੇ। ਕੀ ਪਾਰਲੀਮੈਂਟ ਦੇ ਵਿੱਚ ਲੋਕ ਬੈਠੇ ਹੋਏ ਉਹ ਆਪਣੀ ਕਮਾਈ ਆਪ ਕਰਦੇ ਨੇ, ਹੈ ਨਾ। ਕੀ ਪੁਲਿਸ ਕੋਈ ਕਮਾਈ ਕਰਦੀ ਹੈ? ਕੀ ਪੁਲਿਸ ਇਸ ਵਾਸਤੇ ਹੁੰਦੀ ਹੈ ਜਾਂ ਫੌਜਾਂ ਕੋਈ ਕਮਾਈ ਕਰਕੇ ਦਿੰਦੀਆਂ ਨੇ? ਇਸੇ ਤਰ੍ਹਾਂ ਸਿੱਖਿਆ ਵੀ ਇੱਕ ਤਰ੍ਹਾਂ ਦੀ ਉਹ ਫੌਜ ਹੈ ਸਿੱਖਿਆ ਦੇ ਵਿੱਚ, ਜਿਹੜੀ ਲੋਕਾਂ ਨੂੰ ਉਹਨਾਂ ਦੇ ਇੱਕ ਰਾਸ਼ਟਰ ਨੂੰ ਸੁਰੱਖਿਅਤ ਬਣਾਉਣ ਵਾਸਤੇ ਸਿਰਫ ਫੌਜੀ ਨਹੀਂ ਚਾਹੀਦਾ, ਗਿਆਨ ਵੀ ਚਾਹੀਦਾ।
ਹੈ ਨਾ। ਅਸੀਂ ਉਸ ਗੱਲ ਨੂੰ ਗੂੜ੍ਹੇ ਅੱਖਰਾਂ ਤੱਕ ਗੂੜ੍ਹੇ ਅੱਖਰਾਂ ਦੇ ਵਿੱਚ ਲਿਖ ਕੇ ਤੇ ਸਰਕਾਰ ਨੂੰ ਇੱਕ ਸੁਰ ਦੇ ਵਿੱਚ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਨੂੰ ਛੱਡਣ ਦਾ ਮਤਲਬ ਪੰਜਾਬੀਅਤ ਨੂੰ ਛੱਡਣਾ, ਪੰਜਾਬੀ ਭਾਸ਼ਾ ਨੂੰ ਛੱਡਣਾ, ਪੰਜਾਬ ਦੇ ਲੋਕਾਂ ਦੇ ਵਾਸਤੇ ਜਿਹੜਾ ਗਿਆਨ ਅਸੀਂ ਉਪਲਬਧ ਕਰਾਉਣਾ ਸੀ ਉਹਨਾਂ ਦੀ ਭਾਸ਼ਾ ਦੇ ਵਿੱਚ, ਉਸ ਏਜੰਡੇ ਨੂੰ ਛੱਡਣਾ। ਇਸ ਕਰਕੇ ਕਿਰਤੀਆਂ ਕਿਸਾਨਾਂ ਦੀ ਭਲਾਈ ਦਾ ਮੁੱਦਾ ਮੁੱਖ ਤੌਰ ਤੇ ਜਦੋਂ ਛੱਡ ਦਿੰਦੇ ਹੋ ਤੁਸੀਂ, ਤਾਂ ਹੀ ਤੁਸੀਂ ਵਿੱਦਿਆ ਨੂੰ ਤੇ ਭਾਸ਼ਾ ਨੂੰ ਛੱਡਦੇ ਹੋ। ਅਸੀਂ ਇਹ ਦੋਵਾਂ ਗੱਲਾਂ ਨੂੰ ਜੋੜ ਕੇ ਇਸ ਅੱਜ ਦੇ ਪ੍ਰੋਗਰਾਮ ਦੇ ਰਾਹੀਂ ਲੈ ਕੇ ਜਾਣਾ ਚਾਹੁੰਦੇ ਹਾਂ। ਅੱਜ ਦਾ ਜਿਹੜਾ ਦਿਨ ਹੈ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ 21 ਤਰੀਕ ਨੂੰ, ਅੱਜ ਦਾ ਦਿਨ ਅਸੀਂ ਉਸ ਦੇ ਹਵਾਲੇ ਨਾਲ ਮਨਾ ਰਹੇ ਹਾਂ। ਤੇ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਹੁੰਦਿਆਂ ਹੋਇਆਂ ਸਾਡੇ ਵਾਸਤੇ ਵਿਸ਼ੇਸ਼ ਦਿਨ ਹੈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਇੱਕ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੀ ਆ ਤੇ ਅਸੀਂ ਚਾਹੁੰਦੇ ਹਾਂ ਸਾਰੇ ਆਲਮ ਦੇ ਵਿੱਚ ਉੱਥੇ ਕਿਤੇ ਪੰਜਾਬੀ ਬੈਠੇ ਨੇ ਉਹ ਇਸ ਗੱਲ ਦੇ ਉੱਪਰ ਨਿਗਾਹ ਰੱਖਣ ਕਿ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨਾਲ ਕੀ ਭਾਣਾ ਵਰਤਾ ਰਹੀ ਹੈ। ਤੇ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਭਾਸ਼ਾ ਦੇ ਨਾਮ ਦੇ ਉੱਪਰ ਬਣੀ ਹੋਈ ਇੱਕ ਯੂਨੀਵਰਸਿਟੀ ਜੇ ਸੰਕਟ ਦੇ ਵਿੱਚ ਹੈ ਤਾਂ ਸਮਝ ਲਓ ਪੰਜਾਬੀਅਤ ਸੰਕਟ ਦੇ ਵਿੱਚ ਹੈ। ਕਾਰਨ ਕੀ ਬਣ ਗਏ ਇਹ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਯੂਨੀਵਰਸਿਟੀ ਨੂੰ? ਕੌਣ ਡੁੱਬਣਾ ਚਾਹੁੰਦਾ ਯੂਨੀਵਰਸਿਟੀ ਨੂੰ? ਡੁੱਬਣ ਤੋਂ ਬਾਅਦ ਕਿਸ ਨੂੰ ਇਹ ਲਾਹੇਵੰਦ, ਕਿਸ ਦੇ ਪੋਜ਼ਿਟਿਵ ਕਿਤੇ ਪੱਖ 'ਚ ਭੁਗਤੂਗਾ? ਦੇਖੋ ਇਹ ਗੱਲ ਇੱਥੇ ਚਰਚਾ 'ਚ ਵੀ ਆਈ। ਮੇਰੇ ਅਧਿਆਪਕ ਪ੍ਰਿੰਸੀਪਲ ਤਰਸੇਮ ਬਾਈਆ ਨੇ ਕਿਹਾ ਕਿ 92-93 ਤੋਂ ਇਹ ਚੀਜ਼ਾਂ ਸ਼ੁਰੂ ਹੋਈਆਂ। ਇਹ ਸੋਚਿਆ ਗਿਆ ਕਿ ਜਿਹੜੀ ਉਚੇਰੀ ਵਿੱਦਿਆ ਹੈਗੀ ਆ ਇਹਦਾ ਨਿੱਜੀਕਰਨ ਕਰਤਾ ਜਾਵੇ ਤੇ ਇਹਦੇ ਵਿੱਚੋਂ ਮੁਨਾਫਾ ਖੱਟਿਆ ਜਾ ਸਕਦਾ। ਜਿਉਂ-ਜਿਉਂ ਨਿੱਜੀਕਰਨ ਹੋਣਾ ਸ਼ੁਰੂ ਹੋਇਆ, ਪਹਿਲਾਂ ਪ੍ਰਾਈਵੇਟ ਕਾਲਜਾਂ ਦੀਆਂ ਜਿਹੜੀਆਂ ਗ੍ਰਾਂਟਾਂ ਨੇ ਉਹਨਾਂ ਦੇ ਵਿੱਚ ਕੱਟ ਲੱਗਣੇ ਸ਼ੁਰੂ ਹੋਏ, ਉਹਦੇ 'ਚ ਭਰਤੀ ਬੰਦ ਹੋਈ। ਤੇ ਫਿਰ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੀ ਹੈਗੀ ਆ ਭਰਤੀ ਬੰਦ ਹੋਈ। ਉੱਥੇ ਉਹਨਾਂ ਨੇ ਇੱਕ ਹਾਇਰ ਐਜੂਕੇਸ਼ਨ ਇੰਸਟੀਚਿਊਟ ਬਣਾ ਕੇ ਕਿ ਜਿਹੜਾ ਬੰਦਾ 50,000 ਤਨਖਾਹ ਲਊਗਾ ਉਹਨੂੰ ਤੁਸੀਂ ਮਤਲਬ 16-17 20,000 ਦੇ ਉੱਪਰ ਰੱਖ ਕੇ ਉਹਦੇ ਨਾਲ ਕੰਮ ਚਲਾ ਰਹੇ ਹੋ। ਉਹ ਜਿਹੜੀ ਤਨਖਾਹ ਦਿੱਤੀ ਜਾਂਦੀ ਆ ਉਹ ਦਿੱਤੀ ਜਾਂਦੀ ਆ ਪੇਰੈਂਟ ਟੀਚਰ ਐਸੋਸੀਏਸ਼ਨ ਫੰਡ ਦੇ ਵਿੱਚੋਂ, ਹੈ ਨਾ। ਤਾਂ ਹੋਇਆ ਕਿ ਜਦੋਂ ਉੱਥੇ ਤੁਸੀਂ ਅਧਿਆਪਕ ਰੱਖਣੇ ਬੰਦ ਕਰਤੇ, ਉੱਥੇ ਉੱਚ ਪੱਧਰੀ ਅਧਿਆਪਨ ਖਤਮ ਹੋ ਗਿਆ, ਤਾਂ ਜਿਹੜੀਆਂ ਆਸੇ-ਪਾਸੇ ਖੁੱਲ੍ਹੀਆਂ ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਕਾਲਜ ਨੇ ਉਹਨਾਂ ਦੀ ਦੁਕਾਨਦਾਰੀ ਚੱਲਣੀ ਸ਼ੁਰੂ ਹੋ ਗਈ, ਹੈ ਨਾ। ਇਹਦਾ ਮਤਲਬ ਉਹਨਾਂ ਨੂੰ ਲਾਭ ਪਹੁੰਚਾਇਆ ਗਿਆ, ਹੈ ਨਾ। ਇਹਦਾ ਮਤਲਬ ਉਹਨਾਂ ਦੀ ਜਿਹੜੀ ਮਸ਼ਰੂਮਿੰਗ ਕਹਿੰਦੇ ਹੁੰਦੇ ਆ ਕਿ ਉਹ ਵੱਡੇ ਪੱਧਰ ਤੇ ਹੋਈ। ਤੇ ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਯੂਨੀਵਰਸਿਟੀ ਦਾ ਅਧਿਆਪਕ ਹੋਣ ਦੇ ਨਾਤੇ, ਪ੍ਰੋਫੈਸਰ ਹੋਣ ਦੇ ਨਾਤੇ, ਬਹੁਤ ਸਾਰੀਆਂ ਕਮੇਟੀਆਂ ਦੇ ਵਿੱਚ ਹੋਣ ਦੇ ਕਰਕੇ ਕਿ ਉੱਥੇ ਕੋਈ ਪੜ੍ਹਾਈ ਨਹੀਂ ਹੋ ਰਹੀ। ਨਾਨ ਅਟੈਂਡਿੰਗ ਤਰੀਕੇ ਨਾਲ ਦਾਖਲੇ ਹੁੰਦੇ ਨੇ, ਬੱਚੇ ਫੀਸਾਂ ਤਾਰਦੇ ਨੇ, ਕੋਈ ਪੜ੍ਹਾਈ ਨਹੀਂ ਹੋਈ, ਅਧਿਆਪਕ ਉਹਨਾਂ ਨੇ ਰੱਖੇ ਨਹੀਂ ਹੁੰਦੇ, ਕਿਸੇ ਕੋਲ ਅਧਿਆਪਕ ਨਹੀਂ ਹੈਗੇ, ਕਿਸੇ ਵੀ ਪਿਓਰ ਨਿੱਜੀ ਕਾਲਜ ਦੇ ਕਿ ਪਿਓਰ ਜਿਹੜਾ ਪ੍ਰਾਈਵੇਟ ਕਾਲਜ ਆ ਉਹਦੇ ਕੋਲ ਕਿਸੇ ਕੋਲ ਪੂਰੇ ਅਧਿਆਪਕ ਨਹੀਂ ਹੈਗੇ। ਬਹੁਤ ਗਿਣਤੀ ਦੇ ਅਧਿਆਪਕਾਂ ਨਾਲ ਦਿਖਾਉਣ ਲਈ ਯੂਨੀਵਰਸਿਟੀ ਨੂੰ ਕੰਮ ਚਲਾਉਂਦੇ ਨੇ ਤੇ ਵੱਡੀ ਮਾਇਆ ਉਹਨਾਂ ਨੇ ਉੱਥੋਂ ਕਮਾਈ। ਯਾਨੀ ਇਹਦਾ ਮਤਲਬ ਪੈਸਾ ਯੂਨੀਵਰਸਿਟੀ ਦੇ ਉਚੇਰੀ ਸਿੱਖਿਆ 'ਚ ਕਮਾਇਆ ਤਾਂ ਜਾ ਸਕਦਾ ਜੇ ਸਿੱਖਿਆ ਨਾ ਦੇਣੀ ਹੋਵੇ। ਜੇ ਸਿੱਖਿਆ ਦੇਣੀ ਹੋਵੇ ਤਾਂ ਖਰਚਣਾ ਪਊਗਾ, ਹੈ ਨਾ। ਤਾਂ ਇਹਦਾ ਮਤਲਬ ਕੀ ਹੋਇਆ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਲਾਭ ਪਹੁੰਚਾਉਣ ਲਈ, ਪ੍ਰਾਈਵੇਟ ਅਦਾਰਿਆਂ ਨੂੰ ਲਾਭ ਪਹੁੰਚਾਉਣ ਲਈ ਇਹ ਢਾਂਚਾ ਵੀ ਸਰਕਾਰ ਨੇ ਬਣਾਇਆ ਹੋਇਆ ਕਿ ਬੁਨਿਆਦੀ ਤਨਖਾਹ ਦੇ ਉੱਪਰ 21,600 ਦੇ ਉੱਪਰ ਅਧਿਆਪਕ ਰੱਖਾਂਗੇ ਅਸੀਂ। ਇਹ ਵੀ ਬੁਨਿਆਦੀ ਤੌਰ ਤੇ ਉਹਨਾਂ ਨੂੰ ਲਾਭ ਪਹੁੰਚਾਉਣ ਲਈ ਬਣਾਇਆ ਗਿਆ, ਕਿਉਂਕਿ UGC ਕਹਿੰਦੀ ਹੈ ਕਿ ਲਗਭਗ 40 ਤੋਂ 50,000 ਤੱਕ ਤਨਖਾਹ ਬਣਦੀ ਹੈ ਜਿਹੜਾ ਸ਼ੁਰੂ ਦੇ ਵਿੱਚ ਅਧਿਆਪਕ ਬਣਦਾ। ਤੇ ਤੁਸੀਂ ਆਪਣੇ ਇਹ ਸਿਰਫ ਪੰਜਾਬ 'ਚ ਹੀ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਸਿਰਫ ਕਿਉਂਕਿ ਪ੍ਰਾਈਵੇਟ ਅਦਾਰਿਆਂ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਸਟਾਫ ਕਿਵੇਂ ਉਪਲਬਧ ਹੋਊਗਾ, ਹੈ ਨਾ। ਸਸਤਾ ਸਟਾਫ ਕਿਵੇਂ ਉਪਲਬਧ ਹੋਊਗਾ, ਉਹਨਾਂ ਦਾ ਮੁਨਾਫਾ ਕਿਵੇਂ ਹੋਊਗਾ, ਇਸ ਕਰਕੇ ਤੁਸੀਂ ਕਰਤਾ ਕਿ 21,600 ਤੇ ਹੋਵੇ। ਇਹਦਾ ਮਤਲਬ ਹੁਣ ਇਹ ਵੀ ਡਰ ਹੈ ਕਿ ਕਿਉਂਕਿ PAU ਬਾਰੇ ਬਹੁਤ ਸਾਲ ਪਹਿਲਾਂ ਇਹ ਗੱਲ ਚੱਲੀ ਸੀ ਕਿ ਕੋਈ ਵੱਡਾ ਅਦਾਰਾ ਖਰੀਦਣਾ ਚਾਹੁੰਦਾ। ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਉੱਪਰ ਵੱਡੀਆਂ ਜਿਹੜੀਆਂ ਪ੍ਰਾਈਵੇਟ ਘਰਾਣੇ ਨੇ ਉਹਨਾਂ ਦੀ ਅੱਖ ਹੈ। ਤਾਂ ਇਹ ਪੰਜਾਬੀ ਯੂਨੀਵਰਸਿਟੀ, ਜੇ ਪੰਜਾਬੀ ਯੂਨੀਵਰਸਿਟੀ ਵੀ ਇਸ ਤਰ੍ਹਾਂ ਦੀ ਹੋ ਜਾਊਗਾ, ਕੇਂਦਰੀਕਰਨ ਦਾ ਮੁੱਦਾ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਨਾਲ ਜੁੜਿਆ ਹੋਇਆ ਉਹਦੇ ਬਾਰੇ ਗੱਲ ਅਲੱਗ ਕੀਤੀ ਜਾ ਸਕਦੀ ਆ। ਪਰ ਹਾਲ ਦੀ ਘੜੀ ਇਹ ਹੈ ਕਿ ਇਸ ਨੂੰ ਜਿੰਨਾ ਤੁਸੀਂ ਇਹਨੂੰ ਡੋਬ ਦਿਓਗੇ, ਇਹਦਾ ਇਨਫਰਾਸਟ੍ਰਕਚਰ ਬਹੁਤ ਵੱਡਾ ਖੜਾ ਹੈ ਇੱਥੇ, ਹੈ ਨਾ। ਤੁਸੀਂ ਇਹਦੀ ਸਿੱਖਿਆ ਜਿਹੜੀ ਹੈਗੀ ਆ ਉਸ ਨੂੰ ਇਸ ਪੱਧਰ ਤੱਕ ਲੈ ਕੇ ਆ ਜਾਓ ਕਿ ਕੋਈ ਗਰੀਬ ਬੱਚਾ ਇੱਥੇ ਆ ਨਾ ਸਕਦਾ ਹੋਵੇ, ਹੈ ਨਾ। ਤਾਂ ਇਹਦਾ ਮਤਲਬ ਹੈ ਕਿ ਤੁਸੀਂ ਸ਼ਾਇਦ ਇਸ ਅਦਾਰੇ ਨੂੰ ਕਦੇ ਨਾ ਕਦੇ ਕੋਈ ਚਾਹੁੰਦੇ ਹੋਵੋ ਜਾਂ ਤੁਹਾਡੇ ਮਨਸ਼ਾ ਹੋਵੇ ਕਿ ਇਹਨੂੰ ਜੇ ਕੋਈ ਪ੍ਰਾਈਵੇਟ ਅਦਾਰਾ ਇਹਨੂੰ ਲੈ ਲੈਂਦਾ, ਜਿਵੇਂ ਬਹੁਤ ਸਾਰੀਆਂ ਸਰਕਾਰੀ ਸੰਸਥਾਵਾਂ, ਸਰਕਾਰੀ ਉਦਯੋਗਾਂ ਨੂੰ ਪ੍ਰਾਈਵੇਟ ਅਦਾਰਿਆਂ ਨੇ ਟੇਕ ਓਵਰ ਕੀਤਾ ਤੇ ਪਹਿਲਾਂ ਬਣਾਤਾ ਵੀ ਇਹ ਮੁਨਾਫੇ ਵਾਲੇ ਨਹੀਂ ਹੈਗੇ, ਫਿਰ ਉਹਨਾਂ ਨੂੰ ਸਰਕਾਰੀ ਪ੍ਰਾਈਵੇਟ ਅਦਾਰਿਆਂ ਨੂੰ ਦੇਤਾ, ਉੱਥੇ ਫਿਰ ਉਹ ਮੁਨਾਫਾ ਕਮਾਉਣ ਲੱਗ ਪਏ। ਇਹਦਾ ਮਤਲਬ ਇਹ ਯੂਨੀਵਰਸਿਟੀ ਨੂੰ ਮੁਨਾਫੇ ਵਾਲੀ ਚੀਜ਼ ਬਣਾਉਣ ਦੇ ਮੋਟਿਵ ਦੇ ਨਾਲ ਇਸ ਦੇ ਨਿੱਜੀਕਰਨ ਵੱਲ ਜਿਹੜੇ ਇੱਕ ਕਦਮ ਅਸੀਂ ਜਾ ਰਹੇ ਹਾਂ। ਨਿੱਜੀਕਰਨ ਦਾ ਇਹ ਨਹੀਂ ਕਿ ਤੁਸੀਂ ਪ੍ਰਾਈਵੇਟ ਹੱਥਾਂ ਸਿਰਫ ਦੇ ਦਿਓ। ਅੱਜ ਦੀ ਤਰੀਕ ਦੇ ਵਿੱਚ 15% ਗ੍ਰਾਂਟ ਸਿਰਫ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦਿੰਦੀ ਹੈ, 85% ਯੂਨੀਵਰਸਿਟੀ ਹਾਲੇ ਆਪਣੇ ਸਰੋਤਾਂ ਤੋਂ ਲੈ ਕੇ ਆਉਂਦੀ ਹੈ। 15% ਵੀ ਬਹੁਤ ਜ਼ਿਆਦਾ, ਜਿਵੇਂ ਕਹਿੰਦੇ ਨੇ ਮੀਂਗਣਾ ਘੋਲ ਕੇ ਦੁੱਧ ਦੇ ਵਿੱਚ ਦੇਣ ਵਾਲੀ ਸਥਿਤੀ ਹੈ, ਉਹ ਵੀ ਦਿੱਤੀ ਨਹੀਂ ਜਾਂਦੀ, ਹੈ ਨਾ। ਤਾਂ ਇਸ ਤਰ੍ਹਾਂ ਦੀਆਂ ਸਥਿਤੀਆਂ ਨੇ ਤੇ ਹੁਣ ਦੇ ਇਸ ਸੰਕਟ ਦੇ ਵਿੱਚ ਇਹ ਵੀ ਹੈ ਕਿ ਜਿਉਂ-ਜਿਉਂ ਵਿਦਿਆਰਥੀਆਂ ਦਾ ਦਾਖਲਾ ਘੱਟ ਹੋ ਰਿਹਾ, ਕਿਉਂਕਿ ਲੋਕ ਬਹੁਤ ਵੱਡੇ ਪੱਧਰ ਦੇ ਉੱਪਰ ਆਈਲੈਟਸ ਵੱਲ ਇਸ ਕਰਕੇ ਜਾ ਰਹੇ ਨੇ ਕਿਉਂਕਿ ਅਸੀਂ ਰੁਜ਼ਗਾਰ ਨੂੰ ਖਤਮ ਕਰ ਚੁੱਕੇ ਹਾਂ। ਕਿਉਂਕਿ ਪੰਜਾਬ ਦੇ ਵਿੱਚ ਡੀਸੈਂਟ ਰੁਜ਼ਗਾਰ, ਇੱਕ ਚੰਗਾ ਜਿਹੜਾ ਹੈਗਾ ਜਿਹਦੇ ਵਿੱਚ ਪੰਜਾਬ ਦਾ ਬੰਦਾ ਰੱਜਵੀਂ ਤੇ ਮਾਣਯੋਗ ਰੋਟੀ ਖਾ ਸਕਦਾ ਹੋਵੇ, ਉਹ ਰੁਜ਼ਗਾਰ ਖਤਮ ਕਰਤਾ।
ਉਸ ਗੱਲ ਦੇ ਧੱਕੇ ਹੋਏ ਲੋਕ ਆਈਲੈਟਸ ਵੱਲ ਜਾ ਰਹੇ ਨੇ। ਇਸ ਕਰਕੇ ਯੂਨੀਵਰਸਿਟੀ ਪੜ੍ਹਨ ਦੀ ਬਜਾਏ ਉਹ ਆਪਣੇ ਆਈਲੈਟ ਸੈਂਟਰ ਦੇ ਵਿੱਚ ਜਾਂਦੇ ਨੇ, ਉੱਥੇ ਪੜ੍ਹਦੇ ਨੇ, ਉੱਥੋਂ ਪੜ੍ਹ ਕੇ ਬਾਹਰ ਆਪਣਾ ਸਰਮਾਇਆ ਲਾਉਂਦੇ ਨੇ ਤੇ ਪੜ੍ਹਦੇ ਨੇ ਬਾਹਰਲੀਆਂ ਯੂਨੀਵਰਸਿਟੀਆਂ ਜਾ ਕੇ। ਤਾਂ ਇਸ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਜਿਸ ਕਰਕੇ ਪੰਜਾਬੀ ਯੂਨੀਵਰਸਿਟੀ ਲਗਾਤਾਰ, ਜੇ ਹੁਣ ਤੁਸੀਂ ਕਹੋ ਕਿ ਫੀਸਾਂ ਘਟ ਗਈਆਂ, ਵਿਦਿਆਰਥੀ ਆਉਣੇ ਘਟ ਗਏ, ਫਿਰ ਯੂਨੀਵਰਸਿਟੀ ਚੱਲੂ ਕਿਵੇਂ? ਹੈ ਨਾ, ਸਰਕਾਰ ਦੀ ਗ੍ਰਾਂਟ ਨਾਲ ਚੱਲੂਗੀ। ਇਹ ਜਨਤਕ ਯੂਨੀਵਰਸਿਟੀ ਆ, ਪੰਜਾਬ ਸਰਕਾਰ ਦੇ ਐਕਟ ਨਾਲ ਬਣੀ ਆ, ਅਸੀਂ ਨਹੀਂ ਬਣਾਈ ਇਹ, ਹੈ ਨਾ, ਪੰਜਾਬ ਸਰਕਾਰ ਨੇ ਬਣਾਈ ਸੀ ਇਹ। ਉਹਨੇ ਆਪਣਾ ਐਕਟ ਪਾਸ ਕੀਤਾ। ਇਸ ਦੀ ਜ਼ਿੰਮੇਵਾਰੀ 100% ਜਨਤਕ ਯੂਨੀਵਰਸਿਟੀ ਹੋਣ ਦੇ ਨਾਤੇ ਪੰਜਾਬ ਸਰਕਾਰ ਦੀ ਹੈ। ਇਹ ਕਿਵੇਂ ਚੱਲਦੀ ਹੈ, ਇਹਦੇ ਫੰਡ ਕਿੱਥੋਂ ਲੈ ਕੇ ਆਉਣੇ ਨੇ, ਇਹ ਅਧਿਆਪਕਾਂ ਨੇ ਨਹੀਂ ਪੈਸੇ ਇਕੱਠੇ ਕਰਨੇ। ਇਹ ਦਾਨ ਦੇ ਸਿਰ ਦੇ ਉੱਪਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਹੁੰਦੀਆਂ। ਦਾਨ ਦੇ ਸਿਰ ਦੇ ਉੱਪਰ ਇਮਾਰਤ ਬਣ ਜੂਗੀ, ਕਲਾ ਭਵਨ ਦੀ ਇਮਾਰਤ ਦਾਨ ਦੇ ਸਿਰ ਤੇ ਬਣੀ ਹੋਈ ਹੈ ਨਾ। ਪਰ ਅਸੀਂ ਦਾਨ ਦੇ ਸਿਰ ਦੇ ਉੱਪਰ ਖੋਜ ਵੀ ਨਹੀਂ ਹੁੰਦੀ। ਪੰਜਾਬੀ ਦੀ ਖੋਜ ਕੌਣ ਦਾਨ ਕਰਕੇ ਕਰਵਾਊਗਾ, ਹੈ ਨਾ। ਤਾਂ ਸਾਹਿਬ ਇੱਕ ਗੱਲ ਹੋਰ ਕਿ ਵੀ ਜ਼ਿਆਦਾ ਬਿਹਤਰ ਹੁੰਦਾ, ਜਿਵੇਂ ਅੱਜ ਲੈਂਗੁਏਜ ਡੇ ਮਨਾਇਆ ਗਿਆ, ਉੱਥੇ ਲਿਖਿਆ ਹੋਇਆ ਸੀ ਭਾਸ਼ਾ, ਜੇਕਰ ਉੱਥੇ ਬੋਲੀ ਸ਼ਬਦ ਦਾ ਪ੍ਰਯੋਗ ਹੁੰਦਾ ਤਾਂ ਜ਼ਿਆਦਾ ਬਿਹਤਰ ਨਹੀਂ ਹੋਣਾ ਸੀ? ਆ ਦੇਖੋ, ਇਹ ਵੈਸੀ ਸੰਕਲਪੀ ਤੌਰ ਤੇ ਵੱਖਰੀ ਚੀਜ਼ਾਂ ਨੇ। ਬੋਲੀ ਜਿਹੜੀ ਹੈਗੀ ਆ ਉਚਾਰ ਦੇ ਪੱਧਰ ਦੇ ਉੱਪਰ ਆਉਂਦੀ ਹੈ ਨਾ। ਜਦੋਂ ਜਿਵੇਂ ਅਸੀਂ ਕਹਿੰਦੇ ਆ ਪੰਜਾਬੀ ਭਾਸ਼ਾ, ਪੰਜਾਬੀ ਦੇ ਵਿੱਚ ਅੱਗੇ ਕਈ ਬੋਲੀਆਂ ਨੇ, ਮਲਵਈ ਹੈ, ਮਾਝੀ ਹੈ, ਦੁਆਬੀ ਹੈ ਨਾ, ਜਿਹੜੀਆਂ ਉਚਾਰ ਦੇ ਪੱਧਰ ਦੇ ਉੱਪਰ ਆਉਂਦੀਆਂ। ਜਿਹੜਾ ਉਹਦਾ ਸੰਗਠਿਤ ਰੂਪ ਹੈ ਉਸ ਨੂੰ ਅਸੀਂ ਭਾਸ਼ਾ ਕਹਿੰਦੇ ਹਾਂ। ਇਸ ਕਰਕੇ ਇਹਨਾਂ 'ਚ ਵਿਰੋਧ ਨਹੀਂ ਹੈ ਕੋਈ। ਤੇ ਭਾਸ਼ਾ ਕੋਈ ਹਿੰਦੀ ਦਾ ਸ਼ਬਦ ਨਹੀਂ ਹੈਗਾ। ਭਾਸ਼ਾ ਕੋਈ ਪੰਜਾਬੀ ਦੇ ਵਿੱਚ ਵੀ ਅਸੀਂ ਭਾਸ਼ਾ ਸ਼ਬਦ ਹੀ ਕਹਿੰਦੇ ਹਾਂ। ਅਸੀਂ ਇੱਕ ਅਸਲ 'ਚ ਸਾਨੂੰ ਪਤਾ ਨਹੀਂ ਹੈਗਾ ਕਿ ਹਿੰਦੀ ਪੰਜਾਬੀ ਤੋਂ ਬਾਅਦ ਜੰਮੀ ਆ, ਹੈ ਨਾ। ਸੰਸਕ੍ਰਿਤ ਪੁਰਾਣੀ ਭਾਸ਼ਾ। ਜੇ ਤੁਸੀਂ ਭਾਸ਼ਾ ਦੇ ਵਤੀਰੇ ਬਾਰੇ ਦੇ ਸੋਚਣਾ ਹੋਵੇ, ਸਭ ਤੋਂ ਵੱਡਾ ਪ੍ਰਮਾਣ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ, ਜਿਹਦੇ ਵਿੱਚ ਪਤਾ ਨਹੀਂ ਕਿਹੜੀਆਂ ਭਾਸ਼ਾਵਾਂ ਦੇ ਸ਼ਬਦ ਪਏ ਨੇ। ਇਸ ਕਿਸਮ ਦੀ ਸੰਕੀਰਣਤਾ ਨੂੰ ਅਸੀਂ ਕਦੇ ਵੀ ਸਪੋਰਟ ਨਹੀਂ ਕਰਦੇ ਹੈਗੇ ਕਿ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਭਾਸ਼ਾ ਬੋਲੀ, ਇਹ ਸੰਕਲਪੀ ਤੌਰ ਤੇ ਇਹਨੂੰ ਅਸੀਂ ਵੱਖਰਾ ਕਰਕੇ ਚੱਲਦੇ ਹਾਂ। ਖਾਲਸਾ ਸਾਹਿਬ, ਇੱਕ ਕਈ ਲੋਕ ਸਵਾਲ ਖੜੇ ਕਰਦੇ ਨੇ ਕਿ ਵੀ ਜਿਵੇਂ ਮੇਲੇ ਕਰਾਏ ਜਾਂਦੇ ਨੇ ਯੂਨੀਵਰਸਿਟੀ ਦੇ ਵਿੱਚ, ਕਿਹਾ ਜਾਂਦਾ ਕਿ ਵੀ ਯੁਵਕ ਮੇਲਾ, ਉਹ ਵੀ ਸ਼ਬਦ ਗੈਰ ਵਾਜਿਬ ਹੈ। ਦੂਜਾ ਪਬਲੀਕੇਸ਼ਨ ਬਿਊਰੋ ਹੋ ਗਿਆ, ਕਿਉਂ ਨਾ ਇਹਦਾ ਨਾਮ ਪੰਜਾਬੀ 'ਚ ਤਬਦੀਲ ਕੀਤਾ ਜਾਣਾ ਚਾਹੀਦਾ ਕੋਈ? ਆ ਦੇਖੋ, ਮੈਂ ਤੁਹਾਨੂੰ ਜਿਵੇਂ ਪਹਿਲਾਂ ਮੈਂ ਕਿਹਾ ਕਿ ਇਸ ਕਿਸਮ ਦੇ ਭਾਸ਼ਾਈ ਸੰਕੀਰਣਵਾਦ ਦੇ ਅਸੀਂ ਸਪੋਰਟਰ ਨਹੀਂ ਹੈਗੇ, ਹੈ ਨਾ। ਹੁਣ ਮੈਂ ਸਪੋਰਟਰ ਸ਼ਬਦ ਵਰਤਿਆ, ਕੋਈ ਅੰਗਰੇਜ਼ ਮੇਰੇ ਵਾਂਗੂ ਸਪੋਰਟਰ ਬੋਲ ਕੇ ਦਿਖਾਵੇ ਤਾਂ ਮੰਨਾਂਗੇ ਆਪਾਂ ਅੰਗਰੇਜ਼ੀ ਦਾ ਸ਼ਬਦ ਹੈ ਨਾ। ਪਬਲੀਕੇਸ਼ਨ ਬਿਊਰੋ ਜਿਹੜਾ ਹੈਗਾ ਉਹ ਇਸ ਦਾ ਨਾਮਕਰਨ ਬਹੁਤ ਦੇਰ ਪਹਿਲਾਂ ਹੋਇਆ ਹੈ ਨਾ। ਇਸ ਨੂੰ ਪ੍ਰਕਾਸ਼ਨ ਬਿਊਰੋ ਜਾਂ ਪ੍ਰਕਾਸ਼ਨ ਸੰਸਥਾਨ ਕਿਹਾ ਜਾ ਸਕਦਾ ਸੀ, ਹੈ ਨਾ। ਇਹ ਮੇਰੇ ਜਨਮ ਤੋਂ ਪਹਿਲਾਂ ਦੀਆਂ ਚੀਜ਼ਾਂ ਹੋਈਆਂ ਨੇ ਕਿ ਇੱਥੇ ਸਥਾਪਿਤ ਨੇ। ਤੇ ਜਿਹੜਾ ਅਸੀਂ ਕਹਿੰਦੇ ਯੁਵਕ ਮੇਲਾ ਜਾਂ ਇਸ ਤਰ੍ਹਾਂ ਦੇ ਕਿਤੇ ਕੁਝ ਸ਼ਬਦ ਹੈਗੇ ਨੇ, ਮੈਂ ਮੰਨੂਗਾ ਕਿ ਕਿਤੇ ਅਸੀਂ ਬੇਲੋੜੇ ਰੂਪ ਦੇ ਵਿੱਚ ਓਪਰੇ ਸ਼ਬਦ ਵਰਤ ਲੈਂਦੇ ਹਾਂ, ਹੈ ਨਾ। ਤਾਂ ਉਹ ਜਿਹੜੇ ਸ਼ਬਦ ਨੇ ਉਹਨਾਂ ਦੀ ਥਾਂ ਤੇ ਜੇ ਤੁਹਾਡੇ ਕੋਲ ਪੰਜਾਬੀ ਦਾ ਕੋਈ ਸ਼ਬਦ ਮੌਜੂਦ ਹੈ, ਪਹਿਲੀ ਪਹਿਲ ਉਸ ਨੂੰ ਦੇਣੀ ਚਾਹੀਦੀ ਹੈ। ਦੂਸਰੀ ਗੱਲ ਹੈ ਕਿ ਭਾਸ਼ਾ ਜਦੋਂ ਕੋਈ ਉਸਰਦੀ ਹੈ ਨਾ, ਉਹ ਹਮੇਸ਼ਾ ਹੀ ਦੂਜੀਆਂ ਭਾਸ਼ਾਵਾਂ ਦੇ ਨਾਲ ਆਦਾਨ ਪ੍ਰਦਾਨ ਦੇ ਵਿੱਚੋਂ ਉਸਰਦੀ ਹੈ। ਜਦੋਂ ਭਾਸ਼ਾ ਅੱਗੇ ਤੁਰਦੀ ਹੈ, ਲੋੜੀਂਦਾ ਸ਼ਬਦ ਨੇ ਅਖਬਾਰ ਹੋ ਗਿਆ, ਖਬਰ ਹੋ ਗਈ, ਫਾਰਸੀ ਦੇ ਸ਼ਬਦ ਨੇ, ਇਹ ਆਪਾਂ ਰੋਜ਼ਾਨਾ ਵਰਤਦੇ ਹਾਂ ਜੀ। ਬਿਲਕੁਲ, ਫਾਰਸੀ ਦਾ ਸ਼ਬਦ ਹੈ ਨਾ। ਦੁਨੀਆ ਭਰ ਦੇ ਹੁਣ ਦੇਖੋ ਤੁਸੀਂ ਅੰਗਰੇਜ਼ੀ ਦੇ, ਜਦੋਂ ਅਸੀਂ ਕਹਿੰਦੇ ਅੰਗਰੇਜ਼ੀ ਦੀ ਗਿਆਨ, ਅਸੀਂ ਕਹਿੰਦੇ ਪੰਜਾਬੀ ਗਿਆਨ ਦੀ ਭਾਸ਼ਾ ਨਹੀਂ ਹੋ ਸਕਦੀ, ਅੰਗਰੇਜ਼ੀ ਹੋ ਸਕਦੀ ਆ। ਅੰਗਰੇਜ਼ੀ ਦੇ ਵਿੱਚ ਗਿਆਨ ਨਾਲ ਸੰਬੰਧਿਤ 90% ਸ਼ਬਦਾਵਲੀ ਹੋਰਾਂ ਭਾਸ਼ਾਵਾਂ ਤੋਂ ਆਈ ਹੋਈ ਹੈ। ਉਹ ਲੈਟਿਨ ਤੋਂ ਆਈ ਹੋਈ ਹੈ, ਉਹ ਗ੍ਰੀਕ ਤੋਂ ਆਈ ਹੋਈ ਹੈ, ਉਹ ਰੋਮਨ ਤੋਂ ਆਈ ਹੋਈ ਹੈ, ਜਰਮਨ ਤੋਂ ਆਈ ਹੋਈ ਹੈ, ਫ੍ਰੈਂਚ ਤੋਂ ਆਈ ਹੋਈ ਹੈ, ਪੁਰਤਗੀਜ਼ ਤੋਂ ਆਈ ਹੋਈ ਹੈ। ਸਾਡੇ ਵਿੱਚ ਵੀ, ਪੰਜਾਬੀ ਦੇ ਵਿੱਚ ਵੀ ਪੁਰਤਗੀਜ਼ ਦੇ ਸ਼ਬਦ ਵੀ ਹੈਗੇ ਨੇ, ਪੁਰਤਗਾਲੀ ਦੇ ਸ਼ਬਦ ਸਾਡੇ 'ਚ ਵੀ ਹੈਗੇ ਨੇ, ਫਰਾਂਸੀਸੀ ਦੇ ਸ਼ਬਦ ਪੰਜਾਬੀ 'ਚ ਵੀ ਹੈਗੇ ਨੇ, ਹੈ ਨਾ। ਡੱਚ ਦੇ ਸ਼ਬਦ ਪੰਜਾਬੀ 'ਚ ਵੀ ਹੈਗੇ ਨੇ। ਬਹੁਤ ਸਾਰੇ ਸ਼ਬਦ ਨੇ। ਅਸੀਂ ਦੁਨੀਆ ਭਰ ਤੋਂ ਜਦੋਂ ਅਸੀਂ ਆਦਾਨ ਪ੍ਰਦਾਨ ਕਰਦੇ ਹਾਂ, ਸ਼ਬਦ ਲੈਂਦੇ ਹਾਂ, ਤੇ ਯੂਨੀਵਰਸਿਟੀ ਸ਼ਬਦ ਆਪਣੇ ਆਪ 'ਚ ਹੀ, ਹੈ ਨਾ। ਯੂਨੀਵਰਸਿਟੀ ਸ਼ਬਦ ਦਾ ਜ਼ਿਕਰ ਕੀਤਾ, ਕਈ ਵਾਰ ਤਾਂ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਹੁਣ ਤੱਕ ਯੂਨੀਵਰਸਿਟੀ ਸ਼ਬਦ ਦਾ ਕੋਈ ਪੰਜਾਬੀ ਸ਼ਬਦ ਨਹੀਂ ਹੁਣ ਤੱਕ ਨਿਕਲ ਕੇ ਆ ਸਕਿਆ, ਕਿਉਂਕਿ ਜੇਕਰ ਆਪਾਂ ਵੱਡੇ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਵੀ ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਸ਼ਬਦ ਹੁਣ ਤੱਕ ਕੋਈ ਉਪਜ ਨਹੀਂ ਹੋ ਸਕਿਆ, ਪੈਦਾ ਨਹੀਂ ਹੋ ਸਕਿਆ। ਮੈਂ ਭਾਸ਼ਾ ਵਿਗਿਆਨ ਦਾ ਵਿਦਿਆਰਥੀ ਹਾਂ, ਤੇ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਬਿਹਤਰ ਦੱਸ ਸਕਦਾ ਕਿ ਕਦੇ ਵੀ ਇਹ ਨਹੀਂ ਹੁੰਦਾ ਕਿ ਸਾਰੇ ਚੀਜ਼ਾਂ ਮੈਂ ਤੁਹਾਨੂੰ ਤਾਂ ਹੀ ਦੱਸ ਰਿਹਾ ਸੀਗਾ ਕਿ ਜਦੋਂ ਸਾਇੰਸ ਦੇ ਸ਼ਬਦ ਬਹੁਤ ਸਾਰੇ ਆਏ ਤਾਂ ਉਹ, ਜਿਵੇਂ ਆਇਨਸਟਾਈਨ ਨੇ, ਉਹ ਅੰਗਰੇਜ਼ ਨਹੀਂ ਹੈਗੇ, ਹੈ ਨਾ। ਜਦੋਂ ਉਹ ਸੰਕਲਪ ਲੈ ਕੇ ਆ ਰਹੇ ਨੇ, ਜਿਸ ਭਾਸ਼ਾ ਦੇ ਵਿੱਚੋਂ ਵਿਗਿਆਨ ਲੈ ਕੇ ਆਏ, ਉਸ ਭਾਸ਼ਾ ਦੇ ਸ਼ਬਦ ਲੈ ਕੇ ਆ ਗਏ, ਠੀਕ ਹੈ। ਹੁਣ ਸਾਡੇ ਕੋਲ ਜੇ ਅਸੀਂ ਸ਼ਬਦ ਜਦ ਵਰਤਿਆ ਜਾਂਦਾ ਆਮ ਕਰਕੇ ਵਿਸ਼ਵ ਵਿਦਿਆਲਿਆ, ਠੀਕ ਹੈ। ਜੇ ਵਿਸ਼ਵ ਵਿਦਿਆਲਿਆ ਸ਼ਬਦ ਆ, ਉਹ ਅਸੀਂ ਕਹਿੰਦੇ ਆ ਉਹ ਸੰਸਕ੍ਰਿਤ ਮੂਲ ਦਾ ਸ਼ਬਦ ਹੈ। ਉਹ ਕੋਈ ਇਸ ਤਰ੍ਹਾਂ ਨਾਲ ਹੀ ਬਿਹਤਰ ਸ਼ਬਦ ਹੋਵੇ, ਹੈ ਨਾ। ਜਦੋਂ ਯੂਨੀਵਰਸਿਟੀ ਸ਼ਬਦ, ਜਿਹੜਾ ਯੂਨੀਵਰਸਿਟੀ ਦਾ ਅਸੀਂ ਸ਼ਬਦ ਜੋੜ ਬਣਾਇਆ ਹੋਇਆ, ਕੋਈ ਅੰਗਰੇਜ਼ ਇਸ ਤਰੀਕੇ ਨਾਲ ਯੂਨੀਵਰਸਿਟੀ ਕਹਿ ਕੇ ਦਿਖਾਵੇ ਜਿਵੇਂ ਅਸੀਂ ਕਹਿੰਦੇ ਹਾਂ, ਇਹ ਹੁਣ ਸਾਡਾ ਸ਼ਬਦ ਹੈ, ਠੀਕ ਹੈ। ਅਸੀਂ ਅਪਣਾ ਚੁੱਕੇ ਹਾਂ। ਜਦੋਂ ਅਸੀਂ ਯੂਨੀਵਰਸਿਟੀ ਦਾ ਯੂਨੀਵਰਸਿਟੀਆਂ ਬਣਾਤਾ ਤਾਂ ਇਹਦਾ ਮਤਲਬ ਅੰਗਰੇਜ਼ੀ ਦਾ ਸ਼ਬਦ ਨਹੀਂ ਰਿਹਾ ਹੈਗਾ, ਠੀਕ ਹੈ। ਇਸ ਕਰਕੇ ਬਹੁਤ ਸਾਰੇ ਸ਼ਬਦ, ਜਦੋਂ ਕੋਈ ਵੀ ਭਾਸ਼ਾ ਵਿਕਾਸ ਕਰਦੀ ਹੈ, ਉਹ ਦੂਜਿਆਂ ਨਾਲ ਆਦਾਨ ਪ੍ਰਦਾਨ 'ਚੋਂ ਵਿਕਾਸ ਕਰਦੀ ਹੈ, ਤੇ ਬਹੁਤ ਸਾਰੇ ਸ਼ਬਦ ਲੈਂਦੀ ਹੈ ਤੇ ਦਿੰਦੀ ਵੀ ਹੈ। ਅੰਗਰੇਜ਼ੀ ਦੇ ਸ਼ਬਦਕੋਸ਼ਾਂ ਦੇ ਵਿੱਚ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਦਰਜ ਕੀਤੇ ਹੋਏ ਨੇ, ਹੈ ਨਾ। ਉਹ ਇਸ ਤਰ੍ਹਾਂ ਦੀ ਪਿੱਟ ਭਾਵਨਾ ਨਾਲ ਨਹੀਂ ਚੱਲਦੇ। ਮੈਨੂੰ ਲੱਗਦਾ ਪੰਜਾਬੀਆਂ ਨੂੰ ਇਸ ਤਰ੍ਹਾਂ ਦੀ ਸੰਕੀਰਣਤਾ ਤੋਂ ਬਚਣਾ ਚਾਹੀਦਾ। ਮੈਂ ਤੁਹਾਨੂੰ ਇਹਦੇ ਨਾਲ ਇੱਕ ਵੀ ਗੱਲ ਕਹਿ ਦਿੰਦਾ ਕਿ ਹਰ ਭਾਸ਼ਾ ਬਹੁਤ ਲਚਕਦਾਰ ਹੁੰਦੀ ਹੈ। ਕਈ ਵਾਰ ਲੋਕ ਕੱਟੜ ਹੋ ਜਾਂਦੇ ਨੇ,
ਹੈ ਨਾ। ਜਿਹੜੀ ਭਾਸ਼ਾ ਲਚਕਦਾਰ ਰਹਿੰਦੀ ਹੈ ਤੇ ਉਸ ਲਚਕ ਦੇ ਨਾਲ ਦੂਜੀਆਂ ਭਾਸ਼ਾਵਾਂ ਦੇ ਵਿੱਚੋਂ ਸ਼ਬਦ ਅਪਣਾਉਂਦੀ ਰਹਿੰਦੀ ਹੈ ਤੇ ਆਪਣੇ ਸ਼ਬਦ ਆਪਣੇ ਸਰੋਤਾਂ ਤੋਂ ਲੈ ਕੇ ਘਟਦੀ ਰਹਿੰਦੀ ਹੈ, ਉਹ ਭਾਸ਼ਾ ਅਮੀਰ ਹੁੰਦੀ ਹੈ। ਜਿਵੇਂ ਅਸੀਂ ਅੰਗਰੇਜ਼ੀ ਦੀ ਉਦਾਹਰਨ ਦਿੰਦੇ ਹਾਂ ਤੇ ਅਸੀਂ ਕਈ ਵਾਰ ਬਹੁਤ ਸੰਕੀਰਨ ਹੋ ਕੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਜਿਹੜੇ ਸ਼ਬਦ ਪੰਜਾਬੀ ਜ਼ੁਬਾਨ ਦੇ ਪੰਜਾਬੀ ਬੰਦੇ ਦੀ ਜ਼ੁਬਾਨ ਤੇ ਚੜ੍ਹ ਗਏ ਤੇ ਉਹ ਉਚਾਰਦਾ ਤੇ ਆਪਣੇ ਜੀਵਨ ਦੇ ਵਿੱਚ ਉਹਨੂੰ ਵਰਤਦਾ। ਹੁਣ ਆਪਾਂ ਅੰਗਰੇਜ਼ੀ ਦੇ ਵਿੱਚੋਂ ਕਰੈਕਟਰ ਸ਼ਬਦ ਲਿਆ, ਸਾਡੀਆਂ ਮਾਤਾਵਾਂ ਨੂੰ ਪਤਾ ਹੈ ਨਾ, ਅਸੀਂ ਉਹ ਸਿੱਧੇ ਰੂਪ 'ਚ ਲੈ ਲਿਆ। ਐਵੇਂ ਇੱਕ ਸੀਗਾ ਮੋਬਾਈਲ ਆਇਲ, ਉਹ ਹੁਣ ਮੁਗਲੈਲ ਬਣ ਗਿਆ ਹੈ ਨਾ। ਅਸੀਂ ਉਹ ਸ਼ਬਦ ਨੂੰ ਥੋੜ੍ਹਾ ਜਿਹਾ ਢਾਲ ਦਿੱਤਾ। ਹਸਪੀਟਲ ਸ਼ਬਦ, ਸਕੂਲ, ਇਹ ਸਾਰੇ ਅਸੀਂ ਹੋਰਾਂ ਭਾਸ਼ਾਵਾਂ 'ਚੋਂ ਲਏ ਹੋਏ ਨੇ ਹੈ ਨਾ, ਪਰ ਅਸੀਂ ਆਪਣੇ ਭਾਸ਼ਾਈ ਮੁਹਾਵਰੇ ਦੇ ਵਿੱਚ ਢਾਲ ਲਿਆ। ਤੇ ਪੰਜਾਬੀ ਦੀ ਇਹ ਅਮੀਰੀ ਹੈ। ਜਿੱਥੇ ਪੰਜਾਬੀ ਨੂੰ ਗਿਆਨ ਦੇ ਕੰਮ ਕਰਨੇ ਪੈਣਗੇ, ਪ੍ਰਸ਼ਾਸਨ ਦੇ ਕੰਮ ਕਰਨੇ ਪੈਣਗੇ, ਤਕਨਾਲੋਜੀ ਦੇ ਕੰਮ ਕਰਨੇ ਪੈਣਗੇ, ਤਾਂ ਜਿੱਥੇ ਜਿੱਥੇ ਇਹਨਾਂ ਖੇਤਰਾਂ ਦੇ ਵਿੱਚ ਮੁੱਢਲਾ ਕੰਮ ਹੋਇਆ ਹੋਇਆ ਉੱਥੋਂ ਸ਼ਬਦਾਵਲੀ ਆਊਗੀ ਹੈ ਨਾ। ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੈਗਾ ਕਿ ਸਾਰੇ ਸ਼ਬਦ ਆਪ ਘੜੇ ਜਾਣ। ਅਸੀਂ ਘੜੇ ਸੀ ਇੱਕ ਵਾਰ, ਸਾਡੇ ਭਾਸ਼ਾ ਵਿਭਾਗ ਨੇ ਡਿਕਸ਼ਨਰੀਆਂ ਬਣਾਈਆਂ ਹੋਈਆਂ ਨੇ, ਜਿਹੜੇ ਸ਼ਬਦ ਨੇ ਤਕਨੀਕੀ ਸ਼ਬਦ ਨੇ, ਵਿਗਿਆਨ ਨਾਲ ਜੁੜੇ ਹੋਏ ਸ਼ਬਦ ਨੇ, ਉਹ ਸ਼ਬਦ ਸਾਡੇ ਮੁਹਾਵਰੇ ਦੇ ਵਿੱਚ ਢਲਦੇ ਹੀ ਨਹੀਂ ਹੈਗੇ। ਹੁਣ ਜਿਵੇਂ ਮੋਬਾਈਲ ਸ਼ਬਦ ਹੈ, ਆਪਾਂ ਤੁਰ ਪੋ ਇਹਨੂੰ ਘੜਨ ਵਾਸਤੇ ਵੀ ਪੰਜਾਬੀ ਦੇ ਵਿੱਚ ਮੋਬਾਈਲ ਸ਼ਬਦ ਘੜਨਾ, ਲੋਕ ਘੜਦੇ ਵੀ ਨੇ। ਕੋਈ ਇਹਨੂੰ ਜੇਬੀ ਫੋਨ ਕਹਿੰਦੇ ਨੇ, ਸਾਡੇ ਪ੍ਰੋਫੈਸਰ ਜੋਗਾ ਸਿੰਘ ਕਹਿੰਦੇ ਨੇ ਜੇਬੀ ਫੋਨ ਕਹਿਣਾ ਚਾਹੀਦਾ, ਤੇ ਅਸੀਂ ਡਿਪਾਰਟਮੈਂਟ ਦੇ ਵਿੱਚ ਕਹਿੰਦੇ ਇਹਨੂੰ ਫਿਰਤੂ ਕਿਹਾ ਜਾ ਸਕਦਾ, ਮੋਬਾਈਲ ਦੇ ਨਾਲ ਜੁੜਿਆ ਹੋਇਆ। ਪਰ ਇਹ ਪ੍ਰਚਲਿਤ ਹੋਣਾ ਪ੍ਰਚਲਿਤ ਤਾਂ ਮੋਬਾਈਲ ਹੀ ਹੈ ਨਾ। ਹਾਂ, ਇਸ ਕਰਕੇ ਮੋਬਾਈਲ ਨੂੰ ਅਸੀਂ ਜਿਵੇਂ ਬੋਲਦੇ ਹਾਂ, ਅਸੀਂ ਆਪਣੇ ਮੁਹਾਵਰੇ 'ਚ ਢਾਲ ਕੇ ਬੋਲਦੇ ਹਾਂ, ਅਸੀਂ ਪੰਜਾਬੀ ਮੁਹਾਵਰੇ 'ਚ ਢਾਲ ਦਿੰਦੇ ਹਾਂ। ਇਸ ਕਰਕੇ ਜਿਹੜੇ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਲੈਂਦੇ ਹਾਂ ਅਸੀਂ, ਉਹਦੇ ਬਾਰੇ ਮੈਂ ਕਹਿਣਾ ਹੁੰਦਾ ਕਿ ਪਹਿਲੀ ਗੱਲ ਤਾਂ ਆਪਣੇ ਸਰੋਤਾਂ 'ਚੋਂ ਲੱਭੋ। ਜੇ ਤੁਹਾਨੂੰ ਕੋਈ ਸ਼ਬਦ ਆਪਣੇ ਸਰੋਤ 'ਚੋਂ ਲੱਭਦਾ ਹੈ ਤਾਂ ਉਹਨੂੰ ਪਹਿਲ ਦਿਓ। ਜੇ ਨਹੀਂ ਲੱਭਦਾ, ਜਿੱਥੋਂ ਕੋਈ ਚੀਜ਼ ਆ ਰਹੀ ਹੈ, ਖਾਸ ਕਰਕੇ ਇਹਨੂੰ ਕਹਿੰਦੇ ਨਾਮੀ ਸ਼ਬਦਾਵਲੀ ਹੁੰਦੀ ਹੈ। ਨਾਮੀ ਸ਼ਬਦਾਵਲੀ, ਕਿਰਿਆ ਮੂਲਕ ਸ਼ਬਦਾਵਲੀ ਨਹੀਂ ਦੂਜੀਆਂ ਭਾਸ਼ਾਵਾਂ ਤੋਂ ਆਉਂਦੀ ਹੈ ਨਾ। ਨਾਮੀ ਸ਼ਬਦਾਵਲੀ ਆਉਂਦੀ ਹੈ ਤੇ ਉਹ ਸਾਡੀ ਜ਼ੁਬਾਨ ਤੇ ਬਹੁਤ ਸੌਖੇ ਚੜ੍ਹ ਜਾਂਦੀ ਹੈ। ਤੇ ਨਾਮੀ ਸ਼ਬਦਾਵਲੀ ਜਿੱਥੋਂ ਜਿਸ ਭਾਸ਼ਾ 'ਚ ਉਹ ਨਾਮ ਦੀ ਇਜਾਦ ਹੋਈ ਹੁੰਦੀ ਹੈ ਉੱਥੋਂ ਆ ਜਾਂਦੀ ਹੈ ਨਾ। ਇਸ ਕਰਕੇ ਉਹ ਸ਼ਬਦਾਵਲੀ ਜਦੋਂ ਆ ਜਾਂਦੀ ਹੈ, ਉਹਨੂੰ ਤੁਸੀਂ ਆਪਣੇ ਮੁਹਾਵਰੇ 'ਚ ਢਾਲ ਲਓ ਹੈ ਨਾ। ਉਹਦੇ ਸ਼ਾਬਦਿਕ ਰੂਪ ਆਪਣੇ ਬਣਾਓ। ਜਦੋਂ ਲੋਕ ਸਕੂਲ ਨੂੰ ਸਕੂਲਸ ਕਹਿੰਦੇ ਨੇ ਤੇ ਜੇ ਅਸੀਂ ਕਹਿੰਦੇ ਹਾਂ ਕਿ ਸਟੂਡੈਂਟ ਨੂੰ ਸਟੂਡੈਂਟਸ ਕਹਿੰਦੇ ਨੇ, ਉਹ ਗਲਤ ਕਹਿ ਰਹੇ ਨੇ। ਅਸਲ ਦੇ ਵਿੱਚ ਪੰਜਾਬੀ ਮੁਹਾਵਰੇ ਮੁਤਾਬਕ ਸਟੂਡੈਂਟ ਨੂੰ ਸਟੂਡੈਂਟਾਂ ਕਹਿਣਾ ਚਾਹੀਦਾ ਹੈ ਨਾ, ਤੇ ਸਕੂਲਸ ਨੂੰ ਸਕੂਲਾਂ ਕਹਿਣਾ ਚਾਹੀਦਾ। ਹਾਂ, ਜਿਵੇਂ ਹਾਂ ਵਿਦਿਆਰਥੀ ਹੋ ਸਕਦੇ। ਜੇ ਮੈਂ ਤਾਂ ਤੁਹਾਨੂੰ ਉਦਾਹਰਨ ਦੇ ਰਿਹਾ, ਜੇ ਅਸੀਂ ਲੈਂਦੇ ਵੀ ਹਾਂ, ਜਿਵੇਂ ਅਸੀਂ ਕਾਲਜ 'ਚ ਬੋਲਦੇ ਹਾਂ ਵੀ ਸਾਰੇ ਕਿੰਨੇ ਸਟੂਡੈਂਟ ਆਏ ਨੇ, ਅਸੀਂ ਡਿਪਾਰਟਮੈਂਟ 'ਚ ਬੋਲਦੇ ਹਾਂ ਹੈ ਨਾ, ਤਾਂ ਉੱਥੇ ਸਟੂਡੈਂਟ ਪੰਜਾਬੀ ਦੇ ਸ਼ਬਦ ਦੇ ਤੌਰ ਤੇ ਵਰਤਿਆ ਜਾ ਰਿਹਾ। ਜਦੋਂ ਪੰਜਾਬੀ ਵਾਕ ਬਣਤਰ ਦੇ ਵਿੱਚ ਕੋਈ ਸ਼ਬਦ ਢਲ ਜਾਂਦਾ ਤਾਂ ਉਹ ਆਪਣੀ ਭਾਸ਼ਾ ਦਾ ਬਣ ਜਾਂਦਾ। ਤੇ ਅੰਗਰੇਜ਼ੀ ਨੇ ਵੀ ਐਵੇਂ ਕੀਤਾ ਹੋਇਆ ਹੈ ਨਾ। ਇਸ ਕਰਕੇ ਇਹ ਨਹੀਂ ਹੁੰਦਾ, ਕੋਈ ਭਾਸ਼ਾ ਸ਼ੁੱਧ ਨਹੀਂ ਹੁੰਦੀ ਹੈਗੀ, ਕਦੇ ਕੋਈ ਭਾਸ਼ਾ ਸ਼ੁੱਧ ਹੋ ਕੇ ਜਿੰਦਾ ਨਹੀਂ ਰਹਿੰਦੀ। ਸੰਸਕ੍ਰਿਤ ਸਾਡੇ ਜੀਵਨ 'ਚੋਂ ਨਿਕਲ ਗਈ ਹੈ ਨਾ, ਜਦੋਂ ਉਹਨੇ ਸ਼ੁੱਧ ਹੋਣ ਦੀ ਕੋਸ਼ਿਸ਼ ਕੀਤੀ, ਲੋਕਾਂ ਨੇ ਬੋਲਣੀ ਬੰਦ ਕਰਤੀ, ਉਹਦੇ ਰੂਪ ਬਦਲ ਗਏ ਹੈ ਨਾ। ਭਾਸ਼ਾ ਅੱਗੇ ਤੁਰ ਪਈ, ਲੋਕ ਉੱਥੇ ਖੜੇ ਰਹਿ ਗਏ ਹੈ ਨਾ। ਪ੍ਰੋਫੈਸਰ ਸਾਹਿਬ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ। ਸ਼ੁਕਰੀਆ ਜੀ ਬਹੁਤ, ਤੁਸੀਂ ਮੈਨੂੰ ਇਸ ਮੌਕੇ ਦੇ ਉੱਪਰ ਆਪਣੀ ਗੱਲਬਾਤ ਰੱਖਣ ਦਾ ਮੌਕਾ ਦਿੱਤਾ, ਬਹੁਤ ਧੰਨਵਾਦ ਤੁਹਾਡਾ। ਸਾਡੇ ਨਾਲ ਪ੍ਰੋਫੈਸਰ ਸਾਹਿਬ ਸੀ, ਇਹਨਾਂ ਨੇ ਬੜੀ ਬਾਰੀਕੀ ਦੇ ਵਿੱਚ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਤੁਹਾਨੂੰ ਭਾਸ਼ਾ ਦੀ ਬਾਰੀਕੀ ਬਾਰੇ ਦੱਸਿਆ। ਪੰਜਾਬੀ ਮਾਂ ਬੋਲੀ ਦਾ ਮੁੱਦਾ ਵੱਡਾ ਸਮੇਂ-ਸਮੇਂ 'ਤੇ ਉਠਾਉਂਦਾ ਜਾਂਦਾ ਰਿਹਾ ਤੇ ਜੋ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ। ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਗੁਰਜਿੰਦਰ ਸਿੰਘ ਪੰਗ।